ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰੂ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਬੰਦਨ ਅਮਰਦਾਸ ਹਿਰਦੈ ਨਿਤ ਤਿਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਸ਼੍ਰੀ ਅਰਜਨ ਬਿਗੁ ਨਾਨਕੇ ਨਾਸਕ ਬਿਗੁ ਨਾਨਕ ਹਰਿ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਏ ਨਮੋ ਕਾਰ ਜੋਰੀ ਨਮੋ ਕਾਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਾਰੋਂ ਤਾਰਾ ਤਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਤ ਜਾਣਿਓ ਸਭ ਸਿੱਧ ਅਬ ਡਰਿਓ ਔਰ ਮਾਏ ਦੂਨੇ ਗਰਬਾਏ ਚਾਹੇ ਚਿਤ ਮੈਂ ਬੜਾਇਓ ਹੈ ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ ਦੇਖ ਸਭ ਸਿੱਧਨ ਕੇ ਸਿੱਧ ਜੋ ਲਗਾਇਓ ਹੈ ਸੀਖ ਲੀਨੇ ਬੋਲ ਮੇਰੋ ਤੇਰੇ ਪਾਸ ਬੈਸ ਕਰ तपा को कहा ए जग हृदय गरबायो है मानत ना बात समझायो पली पात
ਅਬ ਦੇਖੀ ਕਰਾਮਾਤ ਤੋਏ ਤੁਸ਼ਨ ਕਰਾਇਓ ਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨਵਾਦ ਸ਼ੁਕਰ। ਖੰਡਾਂ ਬ੍ਰਹਮੰਡਾਂ ਦੇ ਸੁਆਮੀ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੇ ਪਾਵਨ ਚਰਨਾਂ ਵਿੱਚ, ਸ਼ੋਭਨੀਕ ਦਰਬਾਰ ਵਿੱਚ ਮਹਾਨ ਸ਼ਹੀਦ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਸਥਾਨ ਤੇ ਜਿਤਨੇ ਵੀ ਗੁਰਸਿੱਖ ਮਾਈ ਭਾਈ ਆਣ ਜੁੜ ਬੈਠੇ ਹੋ, ਸਭਨਾਂ ਨੂੰ ਜੀ ਆਇਆ। ਇਸ ਅਦਬ ਦੇ ਵਿੱਚ, ਜਿਸ ਪਿਆਰ ਅਤੇ ਸਤਿਕਾਰ ਦੇ ਵਿੱਚ ਆਪ ਚੱਲ ਕੇ ਆਏ ਹੋ, ਆਪ ਜੀ ਦਾ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ ਤੇ ਹੈ। ਮੈਂ ਖੁਸ਼ਕਿਸਮਤ ਹਾਂ, ਤਕਰੀਬਨ 2 ਸਾਲ ਦੇ ਅਰਸੇ ਦੇ ਬਾਅਦ ਇਸ ਕੋਵਿਡ ਵਗੈਰਾ ਐਪੀਡੈਮਿਕ ਤੋਂ ਬਾਅਦ ਆਪ ਜੀ ਦੇ ਚਰਨ ਪਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਸਭ ਗੁਰੂ ਰੂਪ ਸੰਗਤ, ਮਾਨਯੋਗ ਗਿਆਨੀ ਜੀ ਅਤੇ ਪ੍ਰਬੰਧ ਮੁਖੀ ਸੱਜਣ ਸਾਰੇ ਮੇਰੇ ਧੰਨਵਾਦ ਦੇ ਪਾਤਰ ਨੇ, ਜਿਨ੍ਹਾਂ ਨੇ ਇਸ ਪਾਵਨ ਸਥਾਨ ਤੇ ਬੈਠ ਕੇ ਇਤਿਹਾਸ ਅਤੇ ਗੁਰਮਤਿ ਦੀਆਂ ਵਿਚਾਰਾਂ ਕਰਨ ਦਾ ਸਮਾਂ ਮੈਨੂੰ ਬਖਸ਼ਿਸ਼ ਕੀਤਾ। ਮਾਨਯੋਗ ਮੇਰੇ ਵੀਰ ਜੀ ਹੋਰਾਂ ਨੇ, ਸੱਭਰਵਾਲ ਜੀ ਨੇ ਸਾਨੂੰ ਸਰਵਣ ਕਰਵਾਇਆ ਕੁਝ ਪੰਕਤੀਆਂ ਦਾ ਪਾਠ। ਉਹ ਪੰਕਤੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਦੀਨ ਦਿਆਲ, ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਚੈਲੰਜ ਕਰ ਰਹੀਆਂ ਨੇ। ਇਹ ਚੈਲੰਜ ਕਿਉਂ ਕਰ ਰਹੇ ਨੇ? ਇਹ ਸਮਝਦੇ ਸਨ ਸਾਡੇ ਵਰਗਾ ਕੋਈ ਸਾਧਕ ਨਹੀਂ ਹੈ, ਸਾਧਨਾ ਕਰਨ ਵਾਲਾ, ਸਾਡੇ ਵਰਗਾ ਪੁੱਗਾ ਹੋਇਆ ਕੋਈ ਸਿੱਧ ਨਹੀਂ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੋ ਯੰਗ ਮੈਨ ਸਨ, ਜਵਾਨ ਸਨ, ਉਹਨਾਂ ਨੂੰ ਇਹ ਬਾਲਾ ਕਹਿ ਕੇ ਸੰਬੋਧਨ ਕਰਦੇ ਨੇ, ਜਿਵੇਂ ਹੇ ਬਾਲ ਕੇ, ਬਾਲ। ਔਰ ਇਹਨਾਂ ਦੇ ਧਿਆਨ ਦੇ ਵਿੱਚ ਐਸੀ ਬਾਤ ਹੀ ਸੀ, ਅਸੀਂ ਵੱਡੀ ਉਮਰਾਂ ਵਾਲੇ, ਵੱਡੀ ਸਾਧਨਾ ਵਾਲੇ, ਵੱਡੀ ਘਾਲਣਾ ਵਾਲੇ, ਇਹ ਕੀ ਹੈ? ਹਰ ਤਰ੍ਹਾਂ ਕਰਕੇ ਨਾ ਇਹਨਾਂ ਨੇ ਉਖੇੜਨ ਦਾ ਯਤਨ ਕੀਤਾ। ਲੇਕਿਨ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ, ਮੈਂ ਤਾਂ ਇੱਕ ਸ਼ਬਦ ਵਿੱਚ ਹੀ ਨਾ ਸਾਰਾ ਕੁਝ ਕਹਿਣਾ ਚਾਹੁੰਦਾ, ਜੋ ਗੋਬਿੰਦ ਰੂਪ ਨੇ, ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਪਰਮੇਸ਼ਰ ਨੂੰ ਕੋਈ ਜਿੱਤਣਾ ਚਾਹੇ, ਵਾਹਿਗੁਰੂ ਜੀ ਨੂੰ ਕੋਈ ਜਿੱਤਣਾ ਚਾਹੇ, ਉਹਨਾਂ ਨੂੰ ਕੋਈ ਹਰਾਉਣਾ ਚਾਹੇ, ਗੱਲ ਕਿਸੇ ਤਰ੍ਹਾਂ ਸੰਭਵ ਹੋ ਸਕਦੀ ਹੈ? ਕੋਈ ਪੋਸਿਬਿਲਿਟੀ ਹੈ? ਨਹੀਂ ਹੈ, ਕੁਛ ਵੀ ਨਹੀਂ ਹੈ। ਲੇਕਿਨ ਸਤਿਗੁਰੂ ਮਹਾਰਾਜ ਦੀ ਜੁਗਤੀ ਬੜੀ ਕਮਾਲ ਦੀ ਹੈ। ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਦੀ ਜੁਗਤੀ, ਗੱਲਬਾਤ ਕਰਨ ਦੀ, ਵਿਚਾਰ ਕਰਨ ਦੀ, ਔਰ ਕਾਰਜ ਨੂੰ ਸਿੱਧ ਕਰਨ ਦੀ ਬੜੀ ਕਮਾਲ ਦੀ ਜੁਗਤੀ ਹੈ। ਤੁਸੀਂ ਪਿਛਲੇ ਦਿਨੀ ਜ਼ਰੂਰ ਸੁਣਿਆ ਹੋਵੇਗਾ, ਮੈਂ ਸਾਰੀ ਨਾ ਪਿੱਛੇ ਵਿਚਾਰ ਹੁਣ ਕਰ ਨਹੀਂ ਸਕਿਆ। ਜਦੋਂ ਸਿੱਧਾਂ ਨੂੰ ਆਉਂਦਿਆਂ ਦੇਖਦੇ ਨੇ, ਇੱਕ ਜਾ ਰਿਹਾ, ਦੂਜਾ ਆ ਰਿਹਾ, ਦੂਜਾ ਜਾ ਰਿਹਾ, ਤੀਜਾ ਆ ਰਿਹਾ ਹੈ। ਮਰਦਾਨਾ ਜੀ ਕਿਹਾ ਵੀ ਉੱਠੋ, ਹੁਣ ਚੱਲੀਏ ਆਪਾਂ। ਸਤਿਗੁਰੂ ਕਹਿਣ ਲੱਗੇ ਉੱਠੋ। ਉਹ ਰਬਾਬ ਬੰਨ੍ਹਦੇ ਪਏ ਸਨ ਤੇ ਗੁਰੂ ਸਾਹਿਬ ਨੇ ਦੇਖਿਆ ਤੇ ਵੇਖ ਕੇ ਤੇ ਮੁਸਕਰਾ ਪਏ। ਧਿਆਨ ਪਿਆ, ਬਾਬਾ ਜੀ ਕੀ ਗੱਲ ਹੈ? ਸ੍ਰੀ ਗੁਰੂ ਕਹਿਓ
जोगी आप तो है लियो। एक जोगी होर आ रहा है, एक मान मन दयो, हंकार दे विच सड़िया होया, तांको हस्से देखिया उन्होंने आउंदियां वेख के, उहदी चाल वेख के ना किवें वो हंकार दे नाल मस्तिया होया आ रहा है। कहे मर्दाना कांको मारो चड्डे गाटे कर, नैक मोए दीजे नहीं बैन या लावनो। कहते बाबा जी जे फिर आ रहा हंकार नाल मस्तिया होया तो मैनू आग्या बख्शो, मैं तेरे दे नाल दो हथ करा। असीं ऐवें ही कह सकते हैं, मैं फिर दो हथ करा इहदे नाल। और नाल ना अपने ख्यालात का प्रगटाव भी करते हैं। लेन देन इनको नहीं, आवत रोष बढ़ाए, एक को जब ही मार हों दूसर को मत आए। वो लेना नहीं देना नहीं, गल नहीं बात नहीं, जिवें असीं कही पल्ले है कख नहीं, आवत रोष बढ़ाए। हुण देखना जिहड़ी मैं गल आखी है, वचन कीता है, सतगुरां दा ढंग देखो कैसा प्यारा। श्री गुरु अलाई भाई जी नहीं हाथ की लड़ाई, ये गल पैन वाली तो गल ही कोई नहीं है। यहां बाद चतुराई करे बाक सिद्ध आवई। साडे नाल गल ही करते पे ने ना, जिहड़े गल कर रहे उहदे नाल गल करो। फिर जदों कोई गल पवेगा फिर तुसीं अपनी रीझ ला लिया जे। हुण देखो तुसां ने जरूर कल सरवण कीता, ये लोग अक्के तो नहीं सन जे, थके नहीं सन जे, लेकिन ना जिवें असीं कहीए भी हर पैंतड़े ते फेल हो रहे सन जरूर सतगुरां दे सामने। ते एक इन्हां दा ए पैंतड़ा जिहड़ा सी जिस ते मान करदे सन भी ये साडे कोल ही है, निश्चय ही, क्योंकि करदे ही ये सन ते फिर इन्हां कोल ही होना सी सारा कुछ इहो जिहा। ਉਹ ਕੀ ਸੀ? ਉਹ ਸੀ ਕਰਾਮਾਤਾਂ ਵਿਖਾਉਣੀਆਂ, ਪ੍ਰਗਟਾ ਕਰਨਾ। ਕਿਵੇਂ ਕਿਵੇਂ ਹਾਂਜੀ ਤੁਰੇ। ਜੇ ਤੁਸੀਂ ਇੱਕ ਨਾ ਇਹ ਅਖੀਰਲਾ ਕਵਿਤ ਪੜ੍ਹ ਦਿਓ ਤਾਂ ਸਿੰਘੀ ਕੋ ਬਜਾਏ। ਹਾਂ ਸੁਣਿਓ ਜੇ। कबित सिंगी को बजाए, हाथ त्याग के परमाए डंडा, सोज साबे आपनी आकाश में उड़ाइया, मुंदा पुन फरवा जे शूकती फेरत केती, जेतो जोर ते तो ताहा सब लाइया, रिद गर बाए निज शक्त लगाए सिद्ध, पंखी जो फेरते आसमान रे उचाइया, नानक जी तुशन को तार कर बैस रहे, देखत तमाशा पहना वाक को अलाइया। गुरमुख सज्जनों ने कल खूब विस्तार तो किया ही होएगा ना। सिंगी वजा रहे ने, आयों उड़ रहे ने, आ कुछ कर रहे ने, पर एंड ते जाके ना अखीर ते जाके मानयोग भाई साहब कहते ने नानक जी तूषण को धार कर बैठ रहे, चुप करके बैठे हुए ने। इनमें कौन बैठ सकता है? जिहड़ा गरुआ है, भारा है, जिहड़ा तकड़ा है, जिहदे पास बल है, हैं? और बचन की आख्या, देखत तमाशा पैना वाक को अलाइया। क्यों तूषण होके बैठे हुए ने, चुप होके बैठे हुए ने? ये तमाशा है, सारा कुछ कर लैन जिहड़ा इन्हां ने करना। हाँ जी तमाशा कर लैन। पर कई बार की हुंदा है, तुहानू खामोश बैठिया वेख के ना महाबली भी जिस वेले खामोश होके बैठ जाता है तो कईयां दे अंदर भरम पैदा होता है। वो भरम की है? ये मानयोग भाई साहब जी साडे महाकवि जी अज अगे लिखते हैं। और जिमें जिमें ना वो तरतीब दे रहे हैं। हाँ जी मैं कहता गुरु साहब तो धन है नहीं, धन ना भाई संतोख सिंह भी धन है, महाकवि भी धन है। सदियां बाद जिन्हां दी दृष्टि
ਸਤਿਗੁਰਾਂ ਦੇ ਚਰਨਾਂ ਵਿੱਚ ਹੈ ਤੇ ਬਿਲਕੁਲ ਇਉਂ ਹੈ ਉਹਨਾਂ ਦੀ ਦ੍ਰਿਸ਼ਟੀ ਤੇ ਉਹਨਾਂ ਦੀ ਹਾਜ਼ਰੀ ਜਿਵੇਂ ਆਪਣੇ ਸਨਮੁਖ ਬੈਠ ਕੇ ਨਾ ਸਾਰਾ ਕੁਝ ਹੁੰਦਿਆਂ ਵੇਖ ਰਹੇ ਹੋਣ। ਔਰ ਕੇਵਲ ਦੇਖਣ ਵਾਲੇ ਨਹੀਂ, ਮਹਾਨ ਵਿਦਵਾਨ ਹੈ, ਮਹਾਨ ਵਿਦਵਾਨ। 1843 ਦੇ ਵਿੱਚ ਇਹ ਸਾਰਾ ਗ੍ਰੰਥਾਵਲੀ ਸੰਪੂਰਨ ਹੋਈ ਹੈ। ਕਿੰਨੇ ਵਰੇ ਹੋ ਗਏ? ਪੌਣੇ 200 ਵਰੇ ਤੋਂ ਵਧੇਕ ਸਮਾਂ ਹੋ ਗਿਆ। ਭਾਈ ਸੰਤੋਖ ਸਿੰਘ ਹੋਰਾਂ ਤੋਂ, ਇਹਨਾਂ ਤੋਂ ਬਾਅਦ ਸਾਡੇ ਅੰਦਰ ਮੁੜ ਕੇ ਐਸਾ ਭਾਈ ਸੰਤੋਖ ਸਿੰਘ ਅਜੇ ਤੱਕ ਕੋਈ ਨਹੀਂ ਹੋਇਆ। ਪੌਣੇ 200 ਸਾਲ ਵਿੱਚ ਅੱਗੇ ਕਰਤਾਰ ਜਾਣੇ। ਤੇ ਮਾਣਯੋਗ ਜੀ ਫਿਰ ਜੋ ਵੇਖਦੇ ਨੇ, ਆਪਾਂ ਉਹਨਾਂ ਦੀ ਲਿਖਤ ਦੇ ਅਨੁਸਾਰ ਚੱਲਦੇ ਹੋਏ ਹਾਂ, ਸਹਿਜੇ ਸਹਿਜੇ ਵਿਚਾਰਦੇ ਹਾਂ, ਗੁਰਮਤ ਦੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕਰਦਾ, ਅੱਗੇ ਸਰਵਣ ਕਰਵਾਓ। ਆਪ ਸਾਰੇ ਗੁਰਸਿੱਖ ਮਾਈ ਭਾਈ ਚੌਂਕੜੇ ਲਗਾ ਕੇ ਜਿਵੇਂ ਬੈਠੇ ਹੋ, ਸੁਰਤੀਆਂ ਜੋੜ ਕੇ ਰਸਨਾ ਪਵਿੱਤਰ ਕਰੀਏ ਜੀ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਕਬਿਤ ਜਾਣਿਓ ਸਭ ਸਿੱਧੇ, ਅਬ ਡਰਿਓ ਔਰ ਮਾਏ। ਭਰਮ ਕੀ ਆਇਆ? ਜਿਹੜੇ ਸਿੱਧ ਕੋਲ ਬੈਠੇ ਹੋਏ ਸਨ ਨਾ, ਉਹਨਾਂ ਦੇ ਅੰਦਰ ਇਹ ਭਰਮ ਆ ਗਿਆ ਬਈ ਨਾਨਕ ਇਹ ਸਾਰਾ ਕੁਝ ਵੇਖ ਕੇ, ਸਾਡੀਆਂ ਕਰਾਮਾਤਾਂ ਵੇਖ ਕੇ ਤੇ ਡਰ ਗਿਆ। ਦੂਨੇ ਗਰਬਾਏ ਚਾਏ ਚਿੱਤ ਮੈਂ ਬੜਾਇਓ ਹੈ। ਜਦੋਂ ਵੇਖਿਆ ਨਾ ਕਿ ਇਹ ਹੁਣ ਚੁੱਪ ਜਿਹਾ ਕਰਕੇ ਖਾਮੋਸ਼ ਹੋ ਕੇ ਬੈਠ ਗਿਆ, ਡਰ ਗਿਆ ਹੈ, ਤੇ ਫਿਰ ਦੂਣੋਂ ਗਰਬਾਏ। ਜਿੰਨਾ ਪਹਿਲਾਂ ਅੰਦਰ ਹੰਕਾਰ ਸੀ ਨਾ, ਹੰਕਾਰ ਹੋਰ ਦੂਣ ਸਵਾਇਆ ਹੋ ਗਿਆ ਜੀ। ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ। ਜਿਹੜੇ ਉੱਡਦੇ ਸਨ ਤੇ ਸਾਰਾ ਕੁਝ ਕਰਦੇ ਪਏ ਸਨ, ਜਾਦੂਗਰੀਆਂ ਜੀਆਂ ਕਰਦੇ ਪਏ ਸਨ, ਵੇਖ ਕੇ ਨਾ ਵੀ ਕੋਈ ਜਵਾਬ ਨਹੀਂ ਨਾ ਹੁਣ ਹੈਗਾ, ਕਿਉਂਕਿ ਕਰ ਕੁਛ ਨਹੀਂ ਸਕਦਾ ਹੈਗਾ। ਇਸ ਲਈ ਹੰਕਾਰ ਦੇ ਵਿੱਚ ਆ ਕੇ ਕੋਲ ਬੈਠ ਕੇ ਕਹਿਣ ਲੱਗੇ, ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਹੈ। ਨਾਨਕ ਦੇਖੀ ਤੂੰ ਸਿੱਧਾਂ ਦੀ ਸਿੱਧੀ, ਦੇਖ ਲਈ ਆਪਣੀ ਅੱਖਾਂ ਦੇ ਨਾਲ ਸਿੱਧਾਂ ਦੀ ਸਿੱਧੀ, ਸਿੱਧਾਂ ਦੀ ਸ਼ਕਤੀ। ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਗੱਲ ਇਹ ਹੈ ਕਿ ਮੇਰੇ ਕੋਲ ਬੈਠ ਕੇ, ਤੁਹਾਡੇ ਕੋਲ ਆ ਕੇ ਅਸੀਂ ਬਹਿ ਗਏ ਆ ਨਾ, ਸਾਡੇ ਕੋਲੋਂ ਸਿੱਖਿਆ ਲੈ ਲਓ ਤੁਸੀਂ, ਲੇਕਿਨ ਸਿੱਖਿਆ ਪੱਲੇ ਬੰਨ ਲਓ ਸਾਡੇ ਕੋਲੋਂ ਜੀ। ਤਪਾ ਕੋ ਕਹਾ ਏ ਜਗ ਰਿਦੇ ਗਰਬਾਇਓ ਹੈ। ਐਵੇਂ ਆਪਣੇ ਆਪ ਨੂੰ ਤੂੰ ਤਪਾ ਸਮਝਦਾ ਹੈ ਤੇ ਲੋਕਾਂ ਕੋਲੋਂ ਤਪਾ ਕਹਾਉਂਦਾ ਹੈ, ਤੇ ਐਵੇਂ ਹੰਕਾਰ ਵਿੱਚ ਫੁੱਲਿਆ ਫਿਰਦਾ ਤੂੰ। ਵਾਹਿਗੁਰੂ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਅਸੀਂ ਤੁਹਾਨੂੰ ਚੰਗੀ ਤਰ੍ਹਾਂ ਭਲੀ ਭਾਂਤ ਸਮਝਾਇਆ, ਸਾਡੀ ਗੱਲ ਮੰਨ ਲਓ, ਪਰ ਤੁਸੀਂ ਕੋਈ ਗੱਲ ਮੰਨਦੇ ਹੋ ਸਾਡੀ? ਅਬ ਦੇਖੀ ਕਰਾਮਾਤ ਤੋਏ ਤੂਸ਼ਨ ਕਰਾਇਓ ਹੈ। ਹੁਣ ਤੈਨੂੰ ਕਰਾਮਾਤ ਵਿਖਾ ਕੇ ਚੁੱਪ ਕਰਾਤਾ ਨਾ। ਵਾਹਿਗੁਰੂ। ਹੁਣ ਤੈਨੂੰ ਆਪਣੀ ਕਰਾਮਾਤ ਵਿਖਾ ਕੇ ਚੁੱਪ ਕਰਾਤਾ ਨਾ। ਇਸ ਢੰਗ ਦੇ ਨਾਲ ਨਾ ਧਮਕ ਭਰੇ ਬਚਨ, ਅੰਗਰੇਜ਼ੀ ਵਾਲੇ ਕਹਿੰਦੇ ਨੇ ਪ੍ਰੋਵੋਕੇਟਿਵ, ਭੜਕਾਊ ਐਸੇ ਬਚਨ ਕਰਦੇ ਨੇ, ਨਿਰਾਦਰੀ ਭਰੇ ਬਚਨ ਕਰਦੇ ਨੇ ਸਤਿਗੁਰਾਂ ਦੇ ਨਾਲ। ਕਬਿਤ ਅੱਜ ਹੂੰ ਲੋ ਸਿੱਧ ਬੇਕ ਲਿਓ ਨਿਰਵਾਰੋ ਹੱਠ। ਅਜੇ ਵੀ ਤੁਸੀਂ ਸਮਝ ਜਾਓ, ਆਪਣਾ ਹੱਠ ਛੱਡ ਦਿਓ, ਆਪਣੀ ਜ਼ਿੱਦ ਛੱਡ ਦਿਓ। ਗੋਰਖ ਕੇ ਚੇਲੇ ਓਏ ਮੁੰਦਾ ਕਾਨ ਪਾਈਏ। ਗੋਰਖ ਦੇ ਚੇਲੇ ਬਣ ਜਾਓ ਤੁਸੀਂ। ਉਹ ਗੋਰਖ ਦੇ ਜਿਹਨੂੰ ਨਾ ਨਾਥ ਪੰਥ ਆਖਿਆ ਜਾਂਦਾ ਸੀ, ਗੋਰਖਨਾਥ ਤੇ ਨਾਂ ਤੇ ਜਿਹੜਾ ਚੱਲ ਰਿਹਾ ਸੀ। ਸੈਕਸ਼ਨ ਹੋ ਗਿਆ ਇਹਨਾਂ ਦੇ, ਮਛੰਦਰ ਦਾ ਸੈਕਸ਼ਨ ਅਲੱਗ ਸੀ, ਅਗਾਂ ਫਿਰ ਗੋਰਖ ਦਾ ਸੈਕਸ਼ਨ ਜਿਹੜਾ ਸੀ ਅਲੱਗ ਹੋ ਗਿਆ। ਇਸ ਵੇਲੇ ਜਿਵੇਂ ਮਾਣਯੋਗ ਭਾਈ ਸਾਹਿਬ ਹੋਰਾਂ ਦੀ ਇਨਫੋਰਮੇਸ਼ਨ ਹੈ, ਉਸ ਦੇ ਅਨੁਸਾਰ ਇਹ ਜਿਤਨਾ, ਜਿਹਨੂੰ ਅਸੀਂ ਕਹਿ ਦਈਏ ਜਿੰਨਾ ਲਾਣਾ ਜੁੜਿਆ ਹੋਇਆ ਸੀ ਸਾਰਾ, ਇਹ ਗੋਰਖਨਾਥੀਆਂ ਦਾ ਸੀ। ਤਾਂ ਇਹਨਾਂ ਨੇ ਆਖਿਆ ਤੁਸੀਂ ਇਹ ਜ਼ਿੱਦ ਛੱਡ ਦਿਓ, ਹੱਠ ਨਾ ਕਰੋ, ਤੇ ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ। ਸਭ ਕੇ ਸਮਾਨ ਬਨ ਜੋਗ ਕੋ ਨਿਦਾਨ ਹੋਵੋ। ਔਰ ਸਾਡੇ ਵਾਂਗੂ ਤੁਸੀਂ ਵੀ ਸਿੱਧ ਬਣ ਜਾਓ, ਔਰ ਜੋਗ ਕੋ ਨਿਧਾਨ ਬਣ,
ਯੋਗ ਦਾ ਖਜ਼ਾਨਾ। ਹਾਂਜੀ, ਤੁਹਾਡੇ ਜੈਸਾ ਜਿਹੜਾ ਯੋਗ ਵਧੇਰੇ ਕਾਬਲ ਸਿੱਧ ਹੁੰਦਾ ਹੈ, ਉਹਦੇ ਪਾਸ ਯੋਗਾ ਦੀਆਂ ਸਿੱਧੀਆਂ ਆ ਜਾਂਦੀਆਂ ਨੇ। ਤੁਸੀਂ ਖਜ਼ਾਨੇ ਵਾਲੇ ਬਣ ਜਾਓ। ਬਚਨ ਕੋ ਮਾਨ ਕੇ ਵਿਭੂਤ ਤਨ ਲਾਈਏ। ਸਾਡਾ ਬਚਨ ਮੰਨ ਲਓ ਤੇ ਆਪਣੇ ਸਰੀਰ ਤੇ ਵਿਭੂਤੀ ਲਗਾਓ। ਜਰਾ ਦੁੱਖ ਜਾਏ ਰਹੋ ਸਿੱਧਨ ਕੇ ਮਾਹੇ ਸਦਾ। ਔਰ ਜੇ ਤੁਸੀਂ ਇਹ ਗੱਲ ਮੰਨ ਲਓਗੇ ਤੇ ਤੁਸੀਂ ਸਦਾ ਹੀ ਜਵਾਨ ਬਣੇ ਰਹੋਗੇ। ਜਿਵੇਂ ਹੁਣ ਜਵਾਨ ਹੋ ਨਾ, ਇਹ ਜਵਾਨੀ ਸਦਾ ਤੁਹਾਡੇ ਸਰੀਰ ਤੇ ਤੁਹਾਡੇ ਤਨ ਤੇ ਬਣੀ ਰਹੇਗੀ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ। ਲਓ, ਇਹ ਗੱਲ ਸੀ ਸਾਰੀ। ਕਲਾਵਾਨ ਹੋਣਾ ਭਾਵ ਸ਼ਕਤੀ ਵਾਲਾ ਹੋਣਾ, ਸ਼ਕਤੀਆਂ ਵਾਲਾ ਹੋ ਕੇ ਅਜ਼ਮਤੀ ਬਣ ਕੇ ਜਗਤ ਤੇ ਪੁਜਾਈਏ, ਲੋਕਾਂ ਕੋਲ ਪੂਜਾ ਕਰਾਓ। ਜੇ ਇਉਂ ਆਖਿਆ ਜਾਵੇ ਨਾ, ਅਸੀਂ ਸਮਝੀਏ ਬਈ ਆਹ ਸਾਰਾ ਕੁਝ ਜਿਤਨਾ ਇਹ ਸਾਧਨਾ ਕਰਦੇ ਨੇ, ਜੋ ਕੁਝ ਵੀ ਹੈ, ਮੈਂ ਤਾਂ ਇਹਨੂੰ ਆਖਾਂਗਾ ਪੰਜਾਬੀ 'ਚ ਸਭ ਟੰਟਿਆਂ ਵਿੱਚ ਪਏ ਹੋਏ ਸਨ ਜਿਹੜੇ। ਕਾਹਦੇ ਵਾਸਤੇ? ਫॉर व्हाट? ਲੋਕਾਂ ਵਿੱਚ ਸਾਡੀ ਪੂਜਾ ਹੋਵੇ, ਲੋਕਾਂ 'ਚ ਸਾਡੀ ਮਾਨਤਾ ਹੋਵੇ। ਤੇ ਤੁਸੀਂ ਐਵੇਂ ਕਰੋ, ਸਾਡੀ ਗੱਲ ਲਵੋ ਮੰਨ। ਤੁਸੀਂ ਐਵੇਂ ਤਪਾ ਆਪਣੇ ਆਪ ਨੂੰ ਕਹਾਉਂਦੇ ਹੋ, ਤੁਸੀਂ ਯੋਗ ਸਿੱਖਿਆ ਲਵੋ, ਸਾਧਨਾ ਕਰੋ, ਔਰ ਜਿਵੇਂ ਅਸੀਂ ਯੋਗੀ ਚੱਲਦੇ ਹਾਂ ਉਵੇਂ ਤੁਸੀਂ ਚੱਲੋ, ਸਾਡੇ ਨਾਲ ਰਲ ਕੇ ਬੈਠੋ, ਯੋਗ ਦਾ ਖਜ਼ਾਨਾ ਤੁਸੀਂ ਪ੍ਰਾਪਤ ਕਰ ਲਓ ਤੇ ਲੋਕਾਂ ਕੋਲ ਪੂਜਾ ਕਰਵਾਓ ਜੀ। ਕਹਿ ਤੋ ਚੇਲੋ ਹੋਈਏ ਨਾ ਤੋ ਸ਼ਕਤ ਦਿਖਾਈਏ ਅਬ। ਹੁਣ ਦੇਖਣਾ, ਮੈਂ ਜਿਸ ਵੇਲੇ ਵਿਚਾਰ ਰਿਹਾ ਸਾਂ ਝਟਾਪਟ, ਮੇਰੇ ਸਾਹਮਣੇ ਨਾ ਇੱਕ ਨੁਕਤਾ ਆਇਆ। ਇਹ ਪੰਕਤੀ ਪੜ੍ਹ ਕੇ ਸੁਣ ਕੇ ਫਿਰ ਆਖਿਓ ਜੇ ਕਹਿ ਦੋ, ਕਹਿ ਤੋ ਚੇਲੋ ਹੋਈਏ ਨਾ ਤੋ ਸ਼ਕਤ ਦਿਖਾਈਏ ਅਬ। ਜਾਂ ਤਾਂ ਚੇਲੇ ਬਣ ਜਾਓ ਤੇ ਜਾਂ ਸ਼ਕਤੀ ਵਿਖਾਓ। ਕਿ ਤੋ ਚੇਲੇ ਹੋਈਏ ਨਾ ਹੈ ਸ਼ਕਤ ਦਿਖਾਵੋ ਅਬ, ਨਹੀਂ ਤੇ ਫਿਰ ਸ਼ਕਤੀ ਵਿਖਾਓ ਤੁਸੀਂ ਜੀ। दो में एक कहिए निज प्राण को बचाइए। दो में एक कहिए निज प्राण को बचाइए। अपनी जान बचा लो तुसी। हुण तुसी देखो सही, दो पक्ष साडे सामने आउंदे ने। किसी प्रकार की भी विद्या जिहड़ी है ना, जिन्हां बंदियां कोल आ जांदी ते विद्या दे नाल अभिमान आ जांदा है, वो ज़ालिम ही बन जाते हैं, ਜ਼ਾਲਮ ਹੀ ਬਣ ਜਾਂਦੇ ਨੇ। ਵਿਦਿਆ ਵੀ ਬੜੀ ਸ਼ਕਤੀ ਹੁੰਦੀ ਹੈ, ਬੜੀ ਸੱਤਾ ਹੁੰਦੀ ਹੈ, ਮਾੜੀ ਮੋਟੀ ਬਾਤ ਨਹੀਂ ਹੁੰਦੀ। ਪਰ ਸਿਆਣੇ ਸੱਜਣ ਨੇ ਆਖਿਆ, ਜੇ ਤਾਂ ਵਿਦਿਆ ਪ੍ਰਾਪਤ ਕਰਕੇ ਤੇ ਨਿਰਅਭਿਮਾਨ ਕੋਈ ਹੋ ਜਾਏ, ਨਿਮਰਤਾ ਵਿੱਚ ਆ ਜਾਏ, ਉਸ ਵਰਗਾ ਤਾਂ ਪਵਿੱਤਰ ਵਿਅਕਤੀ ਕੋਈ ਨਹੀਂ ਨਾ, ਸ਼ਖਸੀਅਤ ਹੀ ਕੋਈ ਨਹੀਂ। ਜੇ ਕਿਤੇ ਵਿਦਵਾਨ ਬਣ ਕੇ ਤੇ ਅਭਿਮਾਨੀ ਹੋ ਜਾਏ, ਉਹਦੇ ਵਰਗਾ ਜ਼ਾਲਮ ਹੀ ਕੋਈ ਨਹੀਂ ਹੁੰਦਾ। ਕਹਿੰਦੇ ਨੇ ਨਿਜ ਜਾਨ ਕੋ ਬਚਾਈਏ, ਆਪਣੀ ਜਾਨ ਬਚਾ ਲਓ। ਦੋਵਾਂ ਵਿੱਚੋਂ ਇੱਕ ਕੰਮ ਕਰੋ, ਜਾਂ ਤਾਂ ਸਾਡੇ ਚੇਲੇ ਹੋ ਜਾਓ ਤੇ ਜਾਂ ਫਿਰ ਸ਼ਕਤੀ ਪਾਓ, ਜਿਵੇਂ ਅਸੀਂ ਵਿਖਾਈ ਹੈ। ਸੰਗਤ ਜੀ, ਮੈਂ ਇਉਂ ਵਿਚਾਰ ਰਿਹਾ ਸੀ, ਜਿਹੜਾ ਦੂਜਾ ਨੁਕਤਾ ਹੈ, ਜਦੋਂ ਤੁਹਾਨੂੰ ਇਸ ਢੰਗ ਦਾ ਚੈਲੰਜ ਕੀਤਾ ਜਾਂਦਾ ਲਗਾਤਾਰ, ਫਿਰ ਕੀ ਕਰਨਾ ਚਾਹੀਦਾ? ਫਿਰ ਕੀ ਕਰਨਾ ਚਾਹੀਦਾ? ਕੀ ਕਰੋਗੇ ਤੁਸੀਂ? ਜਦੋਂ ਸਤਿਗੁਰੂ ਮਹਾਰਾਜ ਕੋਈ ਲੜਨ ਵਾਸਤੇ ਨਹੀਂ ਗਏ, ਭਿੜਨ ਵਾਸਤੇ ਨਹੀਂ ਗਏ, ਕੋਈ ਵਿਵਾਦ ਕਰਨ ਵਾਸਤੇ ਨਹੀਂ ਗਏ, ਸੁਮੇਰ ਤੇ ਕਬਜ਼ਾ ਕਰਨ ਵਾਸਤੇ ਨਹੀਂ ਗਏ, ਗੱਲ ਕੋਈ ਹੈ ਨਹੀਂ, ਸਿਰਫ ਉਹਨਾਂ ਦੀ ਪ੍ਰਭਤਾ ਨੂੰ ਚੈਲੰਜ ਹੈ ਨਾ, ਪ੍ਰਭਤਾ ਨੂੰ, ਵਡਿਆਈ ਨੂੰ ਚੈਲੰਜ ਹੈ ਨਾ। ਇਹ ਗੱਲ ਉਹਨਾਂ ਨੇ ਬੁੱਝ ਲਈ ਸੀ, ਸਮਝ ਲਈ ਸੀ। ਜਿਵੇਂ ਮਾਨਯੋਗ ਭਾਈ ਸਾਹਿਬ ਗੁਰਦਾਸ ਜੀ ਹੋਣੀ, ਮਾਨਯੋਗ ਜੀ ਲਿਖਦੇ ਨੇ, ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਉਹ ਸਮਝ ਗਏ ਸਨ, ਬਰਦਾਸ਼ਤ ਨਹੀਂ ਕਰ ਸਕਦੇ ਸਨ, ਔਰ ਉਹਨਾਂ ਨੇ ਇੱਕ ਦਾਅ ਖੇਡਿਆ। ਉਹ ਸਮਝਦੇ ਸਨ, ਅਸੀਂ ਨਹੀਂ ਕਦੀ ਸੁਣਿਆ। ਹਾਰ ਕੇ ਸਾਡੇ ਵਿਦਵਾਨ ਸੱਜਣ ਡਾਕਟਰ ਕਿਰਪਾਲ ਸਿੰਘ, ਹੋਰ ਮਾਨਯੋਗ ਸੁਰਿੰਦਰ ਸਿੰਘ ਜੀ,
ਕੋਹਲੀ ਹੋਣੀ ਤੇ ਹੋਰ ਕੁਝ ਵਿਦਵਾਨ ਲੱਭਦੇ ਨੇ। ਗਿਆਨੀ ਗਿਆਨ ਸਿੰਘ ਹੋਣੀ ਵੀ ਦੇਖਦੇ ਨੇ ਕਿ ਐਸੇ ਜਿਹੜੇ ਸਿੱਧ ਸਨ ਨਾ, ਜਦੋਂ ਸਤਿਗੁਰੂ ਮਹਾਰਾਜ ਸੁਲਤਾਨਪੁਰ ਟਿਕੇ ਹੋਏ ਸਨ, ਇਹ ਉੱਥੇ ਵੀ ਆਇਆ ਕਰਦੇ ਸਨ। ਤੇ ਇਨਫੋਰਮੇਸ਼ਨ ਤਾਂ ਅੱਗੇ ਚੱਲਦੀ ਹੈ ਨਾ। ਫਿਰ ਉਹਨਾਂ ਨੂੰ ਪਤਾ ਸੀ ਵੀ ਜਿਵੇਂ ਅਸੀਂ ਸਾਧਨਾ ਸਾਧਦੇ ਹਾਂ, ਇਹਨੇ ਤਾਂ ਸਾਧਨਾ ਕੀਤੀ ਕੋਈ ਨਹੀਂ, ਤੇ ਫਿਰ ਜੇ ਸਾਧਨਾ ਨਹੀਂ ਕੀਤੀ ਤੇ ਜਿਹੜਾ ਕੁਝ ਸਾਡੇ ਕੋਲ ਹੈ ਉਹ ਇਹਦੇ ਕੋਲ ਹੋ ਨਹੀਂ ਸਕਦਾ। ਇਸ ਲਈ ਇਹਨਾਂ ਨੇ ਜਿਵੇਂ ਕਹਿੰਦੇ ਨਾ, ਇਹ ਪੈਂਤਲਾ ਇੱਕ ਵਰਤਿਆ, ਇੱਕ ਪੱਤਾ ਖੇਡਿਆ, ਜਾਂ ਤਾਂ ਸਾਡੇ ਵਾਂਗੂ ਕਰੋ, ਸਾਨੂੰ ਕਰਕੇ ਵਿਖਾਓ, ਨਹੀਂ ਤਾਂ ਸਾਡੇ ਚੇਲੇ ਹੋ ਜਾਓ। ਤੇ ਜੇ ਦੋਵੇਂ ਕੰਮ ਨਹੀਂ ਕਰਨੇ, ਫਿਰ ਤੁਹਾਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ। ਵਾਹਿਗੁਰੂ ਜੀ। ਸੋਨੇ ਅਸ ਬੈਨ ਮੁਸਕਾਨੇ ਗਤ ਦੇਨ। ਸੁਣੇ ਅਸਬੈਨ, ਇਹ ਬਚਨ ਸੁਣੇ ਸਤਿਗੁਰੂ ਮਹਾਰਾਜ ਸੁਣ ਕੇ ਤੇ ਮੁਸਕਰਾ ਪਏ। ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਇ ਕੈ। ਸਭ ਸ਼ਕਤ ਇੱਕ ਐਨ, ਐਨ ਕਹਿੰਦੇ ਨੇ ਘਰ ਨੂੰ। ਵਾਹਿਗੁਰੂ, ਕਿਹੜੀ ਸ਼ਕਤੀ ਪਰਮੇਸ਼ਰ ਦੇ ਕੋਲ ਨਹੀਂ ਹੁੰਦੀ, ਤੇ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਦੇ ਕੋਲ ਸ਼ਕਤੀ ਕਿਹੜੀ ਨਹੀਂ ਸੀ ਹੈਗੀ ਹੈ। ਅਸੀਂ ਬੰਦੇ ਉਹਨਾਂ ਨੂੰ ਬੰਦਿਆਂ ਵਾਂਗ ਹੀ ਵੇਖੀਏ, ਕੇਵਲ ਇਹ ਕਹਿ ਕੇ ਕਿ ਉਹਨਾਂ ਨੂੰ ਮਾਤਾ ਤ੍ਰਿਪਤਾ ਜੀ ਨੇ ਜਨਮ ਦਿੱਤਾ ਹੈ, ਪਿਤਾ ਕਾਲੂ ਜੀ ਦੀ ਕਲਿਆਣ ਚੰਦ ਹੋਰਾਂ ਦੇ ਸਪੁੱਤਰ ਸਨ, ਇੰਨੀ ਗੱਲ ਹੀ ਪਕੜ ਕੇ ਅਸੀਂ ਸਮਝੀਏ ਵੀ ਜਿਵੇਂ ਅਸੀਂ ਬੰਦੇ ਆ ਐਵੇਂ ਉਹ ਬੰਦੇ ਸਨ। ਅਸੀਂ ਕਦੀ ਨਾ ਭੁੱਲੀਏ ਗੁਰੂ ਨਾਨਕ ਦੇਵ ਗੋਬਿੰਦ ਰੂਪ, ਕਦੀ ਨਾ ਭੁੱਲੀਏ। ਆਪ ਨਾਰਾਇਣ, ਬੋਲੋ ਸਾਰੇ, ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਆ। ਕੋਈ ਹੋਰ ਨਹੀਂ ਸੀ ਹੈ, ਹੋਰ ਨਹੀਂ ਸਨ ਕੁਛ, ਇਹੀ ਸਨ, ਪਰਮੇਸ਼ਰ ਰੂਪ ਸਨ, ਕਰਤਾਰ ਦਾ ਰੂਪ ਸਨ। ਹਾਂ, ਅਰਮਾਨਯੋਗ ਭਾਈ ਸਾਹਿਬ ਹੋਰੀ ਨਾ, ਭਾਈ ਨੰਦ ਲਾਲ ਸਾਹਿਬ ਬੜੇ ਪਿਆਰ ਦੇ ਨਾਲ ਲਿਖਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਨ ਲੱਗਦੇ ਨੇ ਤਸੀਫੋ ਸਾਨਾ ਵਿੱਚ ਵੀ ਤੇ ਗੰਜਨਾਮਾ ਦੇ ਵਿੱਚ ਵੀ ਲਿਖਦੇ ਨੇ ਪਿਆਰ ਨਾਲ। ਪਰਮੇਸ਼ਰ ਨੇ ਆਖਿਆ, ਕਰਤਾਰ ਨੇ ਆਖਿਆ, ਨਾਨਕ ਕੁਝ ਲੋਕ ਮੇਰਾ ਨਾਮ ਲੈ ਲੈ ਕੇ ਥੋੜੀ ਸਾਧਨਾ ਕਰਕੇ ਤੇ ਰੱਬ ਬਣੇ ਬੈਠੇ ਨੇ, ਮੇਰੇ ਸ਼ਰੀਕ ਬਣੇ ਬੈਠੇ ਨੇ। ਤੂੰ ਜਾ, ਜੋ ਤੂੰ ਆਖੇਗਾ ਹੋਵੇਗਾ, ਮੈਂ ਤੇਰੇ ਅੰਦਰ ਆ, ਜਾ। ਤੇ ਐਸੇ ਵਿਗੜਿਆਂ ਹੋਇਆਂ ਨੂੰ ਨਾ ਤੂੰ ਸਿੱਧੇ ਰਾਹ ਪਾ। ਇਹ ਸ਼ਬਦਾਵਲੀ ਹੈ ਉਹਨਾਂ ਦੀ, ਵਿਗੜਿਆਂ ਹੋਇਆਂ ਨੂੰ। ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਆਖਦੇ ਨੇ, ਕਹਿੰਦੇ ਨੇ, ਪਰਮੇਸ਼ਰ ਜਿਹੜੇ ਇੰਨੇ ਹੀ ਵਿਗੜੇ ਨੇ, ਜਿਹੜੇ ਤੇਰੇ ਸ਼ਰੀਕ ਬਣੇ ਬੈਠੇ ਨੇ, ਮੇਰੇ ਵਿੱਚ ਕੀ ਪਾਇਆ, ਕੀ ਸ਼ਕਤੀ ਵੀ ਮੈਂ ਉਹਨਾਂ ਨੂੰ ਸਿੱਧੇ ਰਾਹ ਪਾਵਾਂ। ਲੇਕ ਹੁਕਮਤ ਪਰ ਤੁਹਾਡਾ ਹੁਕਮ ਵਜਾ ਸਾਨੀ, ਮੈਂ ਤੁਹਾਡਾ ਹੁਕਮ ਵਜਾਵਾਂਗਾ, ਮੈਂ ਤੁਹਾਡਾ ਹੁਕਮ ਵਜਾਵਾਂਗਾ, ਮੈਂ ਤੁਹਾਡਾ ਬੰਦਾ ਬਣ ਕੇ ਵਿਚਰਾਂਗਾ। ਬੰਦਾ ਤੋਮ, ਮੈਂ ਤੁਹਾਡਾ ਬੰਦਾ ਹਾਂ, ਬੰਦਾ ਬਣ ਕੇ ਵਿਚਰਾਂਗਾ। ਕਿਰਪਾ ਤੁਸੀਂ ਹੀ ਕਰਨੀ ਹੈ ਸਾਰੀ, ਮਾਲਕ ਤੁਸੀਂ ਹੋ ਸਾਰੇ। ਵਾਹਿਗੁਰੂ। ਇਸ ਲਈ ਫਿਰ ਮੁਸਕਰਾਉਂਦੇ ਨੇ, ਤੇ ਮੁਸਕਰਾ ਕੇ ਫਿਰ ਕੀ ਕਰਦੇ ਨੇ, ਕੋਸ ਤੂੰ ਹਮਾਰੀ ਅਬ ਹੋਈਏ ਆਕਾਸ਼ਚਾਰੀ। ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਾਂ ਕਵੀ ਜੀ ਕਹਿੰਦੇ ਨੇ, ਹਜ਼ੂਰ ਨੇ ਆਪਣੀ ਖੜਾਮ ਵੱਲ ਤੱਕਿਆ, ਕੌਂਸ ਵੱਲ ਤੱਕਿਆ, ਆਪਣੀ ਚਰਨਦਾਸੀ ਵੱਲ ਤੱਕਿਆ, ਤੇ ਚਰਨਦਾਸੀ ਵੱਲ ਤੱਕ ਕੇ ਕਹਿਣ ਲੱਗੇ, ਤੂੰ ਹੁਣ ਨਾ ਬਣ ਆਕਾਸ਼ਚਾਰੀ। ਅੱਗੇ ਤਾਂ ਤੂੰ ਪੈਰਾਂ ਥੱਲੇ ਸੜਨਾ, ਚਰਨਾਂ ਦੀ ਦਾਸੀ ਸੈਂ ਤੂੰ, ਹੁਣ ਜਰਾ ਨਾ ਆਕਾਸ਼ ਵਿੱਚ ਉਡਾਰੀਆਂ ਲਗਾ ਥੋੜੀਆਂ ਜਿਹੀਆਂ ਜੀ। ਆਨ ਤੂੰ ਉਤਾਰੀ ਨਿਜ ਬਲ ਦਿਖ ਰਾਏ ਕੈ। ਔਰ ਇਹ ਸਾਰੇ ਜਿਹੜੇ ਉੱਤੇ ਉੱਡੇ ਫਿਰਦੇ ਨੇ ਤੇ ਕਰਦੇ ਫਿਰਦੇ ਨੇ ਨਾ, ਇਹਨਾਂ ਸਾਰਿਆਂ ਨੂੰ ਥੱਲੇ ਲਾ ਲਿਆ ਹੁਣ ਜਾ ਕੇ ਜੀ। ਸੋਨੇ ਜਬ ਵਾਕ ਤਾਤ ਕਾਲ ਆਸਮਾਨ ਗਈ। ਜਿਉਂ ਹੀ ਵਾਕ ਇਹ ਸੁਣਿਆ, ਤਾਤ ਕਾਲ ਆਸਮਾਨ ਗਈ। ਪੈਰਾਂ ਦੀ ਖੜਾਮ, ਚਰਨਦਾਸੀ ਫੌਰਨ ਅਸਮਾਨ ਵਿੱਚ ਉੱਡੀ। ਸਿੱਧਨ ਕੀ ਸ਼ਕਤਾ ਜੋ ਦਈ ਵਿੱਚ ਲਾਇ ਕੈ। ਸਿੱਧਾਂ ਅੰਦਰ ਜਿੰਨੀ ਸ਼ਕਤੀ ਸੀ, ਸਿੱਧੀਆਂ ਸਨਣਾ ਸਾਰੀਆਂ ਖੰਡਾ ਦਿੱਤੀਆਂ।
ਸ਼ਬਦ ਵਰਤਿਆ ਮਾਨਯੋਗ ਜੀ ਨੇ, ਅੱਗੇ ਚੱਲ ਕੇ ਫਿਰ ਆਵੇਗਾ ਵਿਚਲਾਉਣਾ ਸ਼ਬਦ। ਵਿਚਲਾਉਣਾ ਕੀ ਹੁੰਦਾ ਹੈ ਭਲਾ? ਖਿੰਡਾ ਦੇਣਾ। ਕੀ ਖਿੰਡਾ ਦੇਣਾ? ਇਹ ਸਾਰੀ ਜਿਤਨੀ ਸਾਧਨਾ ਹੁੰਦੀ ਹੈ ਮਨ ਦੀ ਇਕਾਗਰਤਾ ਤੇ ਹੁੰਦੀ ਹੈ। ਮਨ ਦੀ ਬਿਰਤੀ ਖਿੰਡਾ ਦਿਓ, ਸਾਧਨਾ ਫੇਲ ਹੋ ਗਈ ਸਾਰੀ। ਔਰ ਐਸੀ ਹੀ ਕਲਾ ਵਾਪਰੀ ਜੀ। ਜੈਸੇ ਹੋਏ ਬਟੇਰਾ ਤੈਂ ਪਾਛੇ ਬਾਜ ਛੋਰਾ। ਹੁਣ ਭਾਈ ਸਾਹਿਬ ਹੋਰੀ ਮਹਾਨ ਕਵੀ ਨੇ, ਮੈਂ ਵਾਰ-ਵਾਰ ਕਹਿ ਰਿਹਾ, ਤੁਸੀਂ ਤਾਂ ਰੋਜ਼ ਸੁਣਦੇ ਹੋ ਨਾ, ਪਰ ਮੈਂ ਜਦੋਂ ਵੀ ਕਿਤੇ ਇਹਨਾਂ ਦੇ ਕੋਲ ਬੈਠਦਾ ਮੈਂ ਮਾਣ ਕਰਦਾ ਇਹਨਾਂ ਤੇ। ਮਹਾਨ ਕਵੀ ਨੇ ਸਾਡੇ। ਔਰ ਦੇਖੋ ਇੱਕ ਕਵਿਤਾ ਉਹਨਾਂ ਨੇ ਰਚਨ ਕੀਤਾ ਜਿਸ ਦੇ ਵਿੱਚ ਉਹ ਜਿਹੜੀ ਕੌਂਸ ਉੱਡੀ ਹੋਈ, ਐਂ ਕਹਿ ਲਈਏ ਇਹਨਾਂ ਦਾ ਫਿਰ ਸ਼ਿਕਾਰ ਕਰਦੀ ਹੈ, ਉਹਨੂੰ ਉਦਾਹਰਨਾਂ ਦਿੱਤੀਆਂ। ਕਿਵੇਂ ਉਦਾਹਰਨਾਂ ਦਿੱਤੀਆਂ? ਪਹਿਲੀ ਕੀ ਉਦਾਹਰਣ ਹੈ ਜੀ? ਜੈਸੇ ਹੋਏ ਬਟੇਰਾ ਤੈਂ ਪਾਛੇ ਬਾਜ ਛੋਰਾ। ਐਂ ਹੈ ਵੀ ਜਿਵੇਂ ਬਟੇਰਾ ਵੇਖ ਕੇ ਪਿੱਛੇ ਬਾਜ ਛੱਡ ਦਿੱਤਾ ਹੋਵੇ ਜੀ। ਤੈਸੇ ਤਰੇ ਸਭ ਕਰੇ ਰਹੀ ਉੱਪਰ ਸੁਹਾਏ ਕੈ। ਇਸ ਤਰ੍ਹਾਂ ਕਰਕੇ ਸਾਰਿਆਂ ਦੇ ਉੱਪਰ ਉੱਪਰ ਹੀ ਹੈ। ਕਬਿਤ ਕਾਇਰ ਪੈਸੂਰ ਔਰ ਕੋ ਰੰਗ ਸ਼ਾਰ ਦੂਰ ਜੈਸੇ। ਇੱਕ ਉਦਾਹਰਨ ਸੁਣ ਲਈ ਨਾ, ਜਿਵੇਂ ਬਾਜ ਤੇ ਜਿਵੇਂ ਬਟੇਰੇ ਤੇ ਬਾਜ ਹੁੰਦਾ ਹੈ। ਹੁਣ ਅਗਲੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਾਇਰ ਪੈਸੂਰ, ਜਿਵੇਂ ਕੋਈ ਕਾਇਰ ਹੋਵੇ ਤੇ ਉਹਦੇ ਤੇ ਸੂਰਮਾ ਹਾਵੀ ਹੋ ਜਾਂਦਾ ਹੈ। ਔਰ ਕੁਰੰਗ ਸ਼ਾਰਦੂਰ ਜੈਸੇ, ਕੁਰੰਗ ਕਹਿੰਦੇ ਨੇ ਹਿਰਨ ਨੂੰ ਤੇ ਸ਼ਾਰਦੂਲ ਕਹਿੰਦੇ ਨੇ ਸ਼ੇਰ ਨੂੰ। ਜਿਵੇਂ ਹਿਰਨ ਦੇ ਉੱਪਰ ਸ਼ੇਰ ਹਾਵੀ ਹੋ ਜਾਂਦਾ ਹੈ। ਹੋਏ ਨਾਗਪੂਰ ਤਾਪੇ ਖੱਗ ਪਤ ਜਾਤੇ। ਤਿੰਨ ਹੋ ਗਈਆਂ ਤੇ ਚੌਥੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਿੰਨੇ ਹੀ ਸਾਰੇ, ਕੀ ਸ਼ਬਦ ਸੀ? ਕਿਤੇ ਹੋਏ ਨਾਗਪੂਰ ਤਾਪੇ। ਨਾਗਪੂਰ, ਕਿਤਨੇ ਸਾਰੇ ਸੱਪ ਹੋਣ ਤੇ ਭਾਵੇਂ ਜਿੰਨੇ ਮਰਜ਼ੀ ਢੇਰ ਸਾਰੇ ਸੱਪ ਕਿਉਂ ਨਾ ਹੋਣ, ਉਹਨਾਂ ਦੇ ਉੱਪਰ ਜਦੋਂ ਗਰੜ ਆ ਜਾਂਦਾ ਹੈ, ਉਹ ਵੱਡੇ ਵੱਡੇ ਨਾਗਾਂ ਨੂੰ ਉਹਨਾਂ ਦੇ ਸਿਰਿਓਂ ਫੜ ਕੇ ਮਧੋਲ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ। 4 ਜੀ। ਲੱਛ ਪਰ ਬਾਨ ਅਗਿਆਨ ਪੈਸੋ ਗਿਆਨ ਜੈਸੇ। ਜਿਵੇਂ ਨਿਸ਼ਾਨੇ ਤੇ ਪੈਂਦਾ ਹੈ ਤੀਰ, ਜਿਵੇਂ ਅਗਿਆਨ ਤੇ ਆਉਂਦਾ ਹੈ ਗਿਆਨ, ਹਨੇਰੇ ਤੇ ਆਉਂਦਾ ਹੈ ਪ੍ਰਕਾਸ਼। 6 ਕਰੁਣਾ ਨਿਦਾਨ ਸੰਤ ਦੋਖੀ ਪੈਰਿ ਸਾਤ। ਜਿਵੇਂ ਕੋਈ ਦਿਆਲੂ ਸੰਤ ਮਹਾਪੁਰਸ਼ ਦਇਆ ਨਿਧ ਕਿਸੇ ਸੰਤ ਦੋਖੀ ਦੇ ਉੱਪਰ ਦਇਆ ਕਰਦੇ ਨੇ। ਪਾਪਨ ਮੈਂ ਨਾਮ ਜਾਪ ਦ્વੈ ਪੈ ਭਗਤ ਜੈਸੇ। ਤੇ 8ਵਾਂ ਬਚਨ ਕਰਦੇ ਨੇ, ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਜਿਵੇਂ ਬਹੁਤ ਸਾਰੇ ਪਾਪਾਂ ਤੇ ਵਾਹਿਗੁਰੂ ਜੀ ਦਾ ਜਾਪ ਹਾਵੀ ਹੁੰਦਾ ਹੈ ਨਾ। ਅਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ। ਔਰ 9ਵੀਂ ਉਦਾਹਰਨ ਦਿੱਤੀ, ਜਿਵੇਂ ਕਿਸੇ ਬੱਕਰੀ ਨੂੰ ਵੇਖ ਕੇ ਤੇ ਬਘਿਆੜ ਪਿੱਛੇ ਨਹੀਂ ਹਟਦਾ। ਬਘਿਆੜ ਕਦੀ ਬੱਕਰੀ ਤੋਂ ਡਰਦਾ ਹੁੰਦਾ ਹੈ ਭਲਾ? ਤਾਂ ਖਾ ਜਾਣ ਵਾਲਾ ਹੁੰਦਾ ਹੈ। ਇਸ ਤਰ੍ਹਾਂ ਤੈਸੇ ਕੋ ਸਤਾਏ ਵਿੱਚ ਲਾਏ ਕੇ ਸ਼ਕਤ ਸਭ। ਮਾਨਯੋਗ ਜੀ ਨੇ 9 ਉਦਾਹਰਨਾਂ ਦਿੱਤੀਆਂ ਨੇ। ਹੁਣ 9 ਉਦਾਹਰਨਾਂ ਦੇ ਕੇ ਆਖਦੇ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਪਿਤਾ ਜੀ ਹੋਰਾਂ ਦੀ ਚਲਾਈ ਹੋਈ ਕੌਸ ਆਇਓ ਇਹਨਾਂ ਦੇ ਜਾ ਜਾ ਕੇ ਵੱਜਦੀ ਹੈ ਨਾ, ਇਹਨਾਂ ਨੂੰ ਪੀੜਤ ਕਰਦੀ ਹੈ। ਇਹ ਡਿੱਗਦੇ ਨੇ ਤੇ ਢਹਿੰਦੇ ਨੇ ਤੇ ਮਾਰ ਖਾ ਕੇ ਜ਼ਖਮੀ ਹੋਏ ਹੋ ਕੇ ਆ ਕੇ ਫਿਰ ਕੋਲ ਬਹਿੰਦੇ ਨੇ। ਇਸ ਤਰ੍ਹਾਂ ਹੋਇਆ, ਇਹ ਭਾਣਾ ਵਾਪਰਿਆ। ਜਿਵੇਂ ਹਿਰਨਾਂ ਦੀਆਂ ਡਾਰਾਂ ਦੇ ਉੱਪਰ ਸ਼ੇਰ, ਜਿਵੇਂ ਬਟੇਰੇ ਦੇ ਉੱਪਰ ਬਾਜ, ਜਿਵੇਂ ਅਗਿਆਨਤਾ ਦੇ ਹਨੇਰੇ ਦੇ ਉੱਪਰ ਗਿਆਨ ਦਾ ਪ੍ਰਕਾਸ਼। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ਼ਕਤੀ ਸੀ ਨਾ, ਫਿਰ ਆਇਓ ਵਾਪਰੀ ਉਹ ਜੀ। ਮਾਰ ਮਾਰ ਡਾਰੇ ਕੋ ਤੀਰ ਨਾ ਤਰਾਤੇ। ਮਰ ਗਏ ਮਰ ਗਏ ਮਰ ਗਏ, ਵਾਹਿਗੁਰੂ ਕੋਈ ਧੀਰ ਨਾ ਧਰਾਤ ਹੈ। ਹੁਣ ਹੌਸਲਾ ਨਹੀਂ ਆਉਂਦਾ ਜਦੋਂ ਖੜਾਉਂ ਪੈਂਦੀ ਹੈ ਸਿਰ ਦੇ ਵਿੱਚ, ਤੇ ਫਿਰ ਸ਼ਕਤੀ ਵੀ ਤਾਂ ਛੱਡਣ ਵਾਲੇ ਦੀ ਸ਼ਕਤੀ ਵਾਪਰਨੀ ਸੀ ਨਾ ਜੀ। ਕਬਿਤ ਜਾਂ ਕੀ ਸ਼ਕਤ ਥੀ ਤਾਂ ਕੇ ਆਗੇ ਜਾਏ ਪਰੀ। ਜਿਹੜਾ ਕੋਈ ਕਿਸੇ ਦਾ ਚੇਲਾ ਸੀ, ਹਾਂਜੀ, ਉਹਦੇ ਕੋਲ ਆ ਕੇ ਆ ਬੈਠੇ ਸਨ ਤੇ ਇਉਂ ਜਿਹੀ ਇਹਨਾਂ ਦੀਆਂ ਛੱਡੀਆਂ ਹੋਈਆਂ ਸ਼ਕਤੀਆਂ
ਜਿਹੜੀਆਂ ਸੀ ਉਹ ਇਹਨਾਂ ਦੇ ਕੋਲ ਆ ਗਈਆਂ। ਨਤੀਜਾ ਕੀ ਹੋਇਆ? ਨੀਚੇ ਨੈਣ ਲਜਤ ਹੋਏ ਉੱਚੇ ਨਾ ਨਿਹਾਰੀਆ। ਨੀਚੇ ਨੈਣ ਲੱਜਤ ਹੋਏ ਉੱਚੋ ਨਾ ਨਿਹਾਰੀਆ। ਹੁਣ ਅੱਖਾਂ ਨੀਵੀਆਂ ਕਰਕੇ ਬਹਿ ਗਏ ਨੇ। ਹੁਣ ਸਤਿਗੁਰਾਂ ਦੇ ਵੱਲ ਨਿਗਾਹ ਭਰ ਕੇ ਤੱਕਣ ਜੋਗੇ ਵੀ ਨਹੀਂ ਹਨ, ਸ਼ਰਮ ਦੇ ਮਾਰੇ। ਰਾਰ ਮੈਂ ਪਰਾਜੇ ਹੋਏ ਸੂਰਜੋਂ ਲਜਾਏ ਜਾਤ। ਜਿਵੇਂ ਨਾ ਝਗੜਿਆਂ ਦੇ ਵਿੱਚ ਪਿਆ ਹੋਇਆ ਬੰਦੇ ਸਮਝਦੇ ਨੇ ਅਸੀਂ ਝਗੜੇ ਨਾਲ ਜਿੱਤ ਲਾਂਗੇ ਸਾਰਾ ਕੁਝ, ਪਰ ਜਦੋਂ ਉਦੋਂ ਸੂਰਮੇ ਦਾ ਘਸੁੰਨ ਪੈਂਦਾ ਹੈ ਨਾ, ਇਹ ਰੌਲਾ ਪਾਉਣ ਵਾਲੇ ਤੇ ਝਗੜਾ ਕਰਨ ਵਾਲੇ ਫਿਰ ਸਾਹਮਣੇ ਟਿਕਦੇ ਹੁੰਦੇ ਨੇ। ਕਿਤੇ ਗੱਲਾਂ ਕਰਨ ਵਾਲੇ ਨਹੀਂ ਟਿਕਦੇ ਹੁੰਦੇ, ਐਵੇਂ ਝਗੜਾਲੂ ਕਿਸਮ ਦੇ ਲੋਕ। ਜੀ ਮੁਖ ਤੂਸ਼ਨ ਨਾ ਬੈਨ ਕੋ ਉਚਾਰੀਆ। ਔਰ ਹੁਣ ਚੁੱਪ ਕਰਕੇ ਬੈਠ ਗਏ, ਕੁਛ ਨਹੀਂ ਆਖਦੇ ਪਏ, ਬੋਲਦੇ ਪਏ। ਗੋਪੀ ਚੰਦ ਪਰਤਰੀ ਮੰਗਲ ਤੇ ਆਦ ਜੀਤੇ। ਜਿੱਥੇ ਐਸੀਆਂ ਕੁਝ ਵਿਗੜੀਆਂ ਹੋਈਆਂ ਬਿਰਤੀਆਂ ਨੇ, ਮਾਨਯੋਗ ਭਾਈ ਸਾਹਿਬ ਆਖਦੇ ਨੇ ਸਾਰੇ ਵਿਗੜੇ ਹੋਏ ਨਹੀਂ ਸਨ, ਕੁਝ ਐਸੇ ਵੀ ਸਨ ਜਿਹੜੇ ਸਤਿਗੁਰਾਂ ਨੂੰ ਸਮਝਦੇ ਸਨ, ਜਿਨ੍ਹਾਂ ਦੇ ਵਿੱਚ ਗੋਪੀ ਚੰਦ ਦਾ ਨਾਮ ਹੈ, ਮੰਗਲਨਾਥ ਦਾ ਜ਼ਿਕਰ ਹੈ, ਭਰਥਰੀ ਦਾ ਜ਼ਿਕਰ ਹੈ, ਈਵਨ ਗੋਰਖਨਾਥ ਵੀ ਸਮਝਦੇ ਸਨ। ਪਰ ਉਹ ਨਾ, ਜਿਵੇਂ ਤੁਸੀਂ ਨੇ ਪਹਿਲਾਂ ਜ਼ਰੂਰ ਸੁਣਿਆ ਹੋਵੇਗਾ, ਗੋਰਖਨਾਥ ਹੋਰਾਂ ਨੂੰ ਮੰਗਲਨਾਥ ਨੇ ਜਿਸ ਵੇਲੇ ਆਖਿਆ ਕਿ ਨਾਥ ਜੀ ਇਹ ਨਾਨਕ ਸਧਾਰਨ ਤਪਾ ਨਹੀਂ ਹੈਗਾ, ਗੋਰਖ ਕਹਿੰਦੇ ਮੈਨੂੰ ਪਤਾ ਸਾਰਾ ਕੁਝ। ਕਹਿੰਦੇ ਜੇ ਪਤਾ ਦੇ ਫਿਰ ਕਿਉਂ ਭੇਜੀ ਜਾਂਦੇ ਹੋ ਸਾਰਿਆਂ ਨੂੰ? ਗੋਰਖਨਾਥ ਕਹਿੰਦੇ ਨੇ ਇਹਨਾਂ ਨੇ ਕੋਈ ਵਰਜਿਆਂ ਵਰਜੇ ਰਹਿਣਾ, ਇਹਨਾਂ ਨੂੰ ਜਰਾ ਮੱਥਾ ਭਨਾ ਆਉਂਦੇ ਉਹਦੇ ਕੋਲ ਜਾ ਕੇ। ਕਈ ਵਾਰ ਨਾ ਹੁਣ ਕੀ ਆਖੀਏ ਬਈ ਮੁੰਡੇ ਆਪਣੇ ਅੜਬ ਜਿਸ ਵੇਲੇ ਹੋ ਜਾਣ ਤੇ ਫਿਰ ਬਾਪੂ ਆਖਦਾ ਕੋਈ ਨਹੀਂ ਇਹਨਾਂ ਨੂੰ ਜਰਾ ਅੱਗੋਂ ਪ੍ਰਸ਼ਾਦ ਲੈ ਆਉਂਦੇ ਅੱਗੋਂ ਜਾ ਕੇ। ਤੇ ਗੋਰਖਨਾਥ ਵੀ ਐਵੇਂ ਸੀ। ਇਹਨਾਂ ਨੇ ਸਾਰਿਆਂ ਨੇ ਨਾ ਜਿਸ ਵੇਲੇ ਐਸੀ ਅਵਸਥਾ ਦੇਖੀ ਤਾਂ ਇਹਨਾਂ ਦੇ ਵਿੱਚ ਗੋਪੀ ਚੰਦ ਜਿਹੜਾ ਸੀ ਉਹ ਕੀ ਕਹਿਣ ਲੱਗਾ? ਹੀਆ ਮੈਂ ਹੋਲਾ ਸੇ ਹਸੇ ਦੇਵੇਂ ਕਰ ਤਾਰੀਆ। ਹੀਏ ਮੈਂ ਹੋਲਾਸੇ, ਅੰਦਰੋਂ ਖੁਸ਼ ਹੋਏ, ਆਰਾ ਦੇਵੇਂ ਕਰ ਤਾਰੀਆ, ਨਾਲੇ ਤਾੜੀਆਂ ਵਜਾਉਂਦੇ ਪਏ ਨੇ। ਇਹ ਤਾੜੀ ਕਿਹੜੀ ਗੱਲ ਦੀ ਖੁਸ਼ੀ 'ਚ ਵਜਾਉਂਦੇ ਪਏ ਨੇ? ਚੰਗਾ ਹੋਇਆ ਇਹਨਾਂ ਨੂੰ ਮੱਤ ਆਈ, ਚੰਗਾ ਹੋਇਆ ਗੁਰੂ ਨਾਨਕ ਨੇ ਇਹਨਾਂ ਨੂੰ ਮੱਤ ਦਿੱਤੀ। ਇਹ ਸਾਡੀ ਭਰਾਵਾਂ ਦੀ ਮੱਤ ਕਿਤੇ ਪੱਲੇ ਬਣਦੇ ਨੇ ਜੀ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ। ਜਿਹੜੇ ਮੂਰਖ ਨੇ ਨਾ, ਮੂਰਖ ਲੋਕ ਵਿਗੜੀ ਮੱਤ ਵਾਲੇ, ਜਦ ਤੱਕ ਐਵੇਂ ਉਹਨਾਂ ਨੂੰ ਨਾ ਹੋਵੇ ਨਾ ਤਦ ਤੱਕ ਉਹ ਕਿਤੇ ਸੁਧਰਦੇ ਨੇ ਜੀ। ਜੈਸੀ ਬਿਦ ਜੋਗ ਹੋਤੇ ਤੈਸੇ ਹੀ ਦਿਖਾਈਆ। ਓਏ ਕਰਤਾਰ ਬੜਾ ਬੇਅੰਤ ਹੈ, ਜਿਸ ਜਿਸ ਦਾ ਕੋਈ ਪਾਤਰ ਹੁੰਦਾ ਹੈ ਨਾ ਉਹੀ ਉਹਦੇ ਝੋਲੀ ਵਿੱਚ ਪੈਂਦਾ ਹੈ। ਇਹ ਕੌਣ ਕਹਿ ਰਹੇ ਨੇ? ਇਹ ਸਿੱਧਾਂ ਦੇ ਭਰਾ ਕਹਿ ਰਹੇ ਨੇ। ਉਹ ਮਹਿਸੂਸ ਕਰਦੇ ਨੇ ਇਵੇਂ ਸਾਨੂੰ ਨਹੀਂ ਕਰਨਾ ਚਾਹੀਦਾ ਸੀ। ਅਸੀਂ ਸਿੱਧੀਆਂ ਇਸ ਵਾਸਤੇ ਪ੍ਰਾਪਤ ਕੀਤੀਆਂ ਨੇ, ਸਾਡੀ ਯੋਗ ਸਾਧਨਾ ਇਸ ਵਾਸਤੇ ਹੈ ਵੀ ਜਿਹੜਾ ਕੋਈ ਸਾਨੂੰ ਮਿਲਣ ਵਾਸਤੇ ਆਵੋ ਤਾਂ ਅਸੀਂ ਉਹਦੀ ਇੱਜ਼ਤ ਲਾਉਣ ਤੁਰ ਪਈ ਹੈ, ਅਸੀਂ ਉਹਦੀ ਜਾਨ ਦਾ ਚੈਲੰਜ ਕਰੀਏ ਵੀ ਜਾਂ ਤਾਂ ਸਾਡੇ ਨਾਲ ਐਂ ਦੋ ਹੱਥ ਕਰ ਕਰਾਮਾਤਾਂ ਵਿਖਾ, ਤੇ ਨਹੀਂ ਤਾਂ ਤੂੰ ਆਪਣੀ ਜਾਨ ਤੋਂ ਹੱਥ ਧੋਵੇਂਗਾ। ਹੁਣ ਇਹ ਤਾੜੀਆਂ ਮਾਰਦੇ ਨੇ ਜੀ। ਸਵਈਆ ਮੰਗਲ ਪਾਖਤ ਗੋਰਖਨਾਥ ਜੀ, ਦੇਖਿਓ ਤਪਾ ਤੁਮ ਕੈਸੇ ਹੈ ਸੋ। ਮੰਗਲਨਾਥ ਕਹਿੰਦੇ ਨੇ ਆਪਣੇ, ਕੁਝ ਤਾਂ ਸੱਜਣ ਇਹ ਆਖਦੇ ਨੇ ਕਿ ਗੋਰਖਨਾਥ ਇਹਨਾਂ ਦਾ ਗੁਰੂ ਸੀ। ਖਿਮਾ ਕਰਿਓ ਜੇ ਆਪਾਂ ਹੁਣ ਬਹੁਤੀ ਵਿਚਾਰ ਵਿੱਚ ਨਾ ਪਈਏ, ਐਵੇਂ ਮੰਨ ਕੇ ਚੱਲ ਪਈਏ ਅਸੀਂ। ਮੰਗਲ ਨੇ ਆਖਿਆ ਗੁਰੂ ਜੀ, ਗੋਰਖਨਾਥ ਜੀ ਤੁਸੀਂ ਵੇਖ ਲਿਆ ਜਿਹੜਾ ਸਾਰਾ ਕੁਝ ਹੋਇਆ ਹੈ। ਬਾਦ ਮੈਂ ਸੋਰਾਰ ਕਰੀ ਤੈਸੋ ਜਿਨ ਇਹਨਾਂ ਨੇ, ਸਾਡੇ ਬੰਦਿਆਂ ਨੇ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਝਗੜਾ ਕੀਤਾ, ਬਹਿਸ ਮੁਬਾਸਾ ਕੀਤਾ। ਜਿਨ ਲੱਜਤ ਪੇਨਹਿ ਬੋਲਤ ਕੋ। ਹੁਣ ਵੇਖ ਲਓ ਤੁਸੀਂ ਇਹਨਾਂ ਦਾ ਕੀ ਹਾਲ ਹੋਇਆ ਪਿਆ, ਪੇ ਲੱਜਤ ਪੇ। ਹੁਣ ਏਡੇ ਬੇਸ਼ਰਮ ਹੋ ਗਏ ਨੇ, ਇੰਨੇ ਸ਼ਰਮ, ਵਾਹਿਗੁਰੂ ਇੰਨੇ ਸ਼ਰਮਸਾਰ ਹੋ ਗਏ ਨੇ ਹੁਣ ਨਾ ਬੋਲਤ ਕੋ। ਹੁਣ ਇਹਨਾਂ ਚ ਬੋਲਦਾ ਕੋਈ ਨਹੀਂ, ਹੁਣ ਕੋਈ ਜਵਾਬ ਨਹੀਂ ਦੇਣ ਜੋਗਾ ਰਿਹਾ ਜੀ।
ਆਪਣੇ ਮਨ ਮੈਂ ਫੂਲਤ ਕਾਇਰ। ਜਿਹੜੇ ਆਪਣੇ ਆਪ ਦੇ ਅੰਦਰ ਬੜੇ ਫੁੱਲੇ ਫਿਰਦੇ ਸਨ ਨਾ, ਜੋ ਲਗ ਸੂਰ ਨਾ ਸਾਮੂਏ ਹੋ। ਇਹ ਹਾਲ ਉਹਨਾਂ ਵਰਗੇ ਕਾਇਰਾਂ ਦਾ ਹੁੰਦਾ ਹੈ, ਕਾਇਰਾਂ ਦਾ, ਜਿਹੜੇ ਆਪਣੇ ਆਪ ਵਿੱਚ ਬੜਾ ਮਾਣ ਕਰਦੇ ਨੇ, ਹੰਕਾਰ ਕਰਦੇ ਨੇ ਕਿ ਅਸੀਂ ਬੜੇ ਕੁਛ ਹਾਂ। ਪਰ ਇਹ ਮਾਣ ਹੰਕਾਰ ਉਹਨਾਂ ਦਾ, ਇਹ ਗੱਲਾਂ ਸਾਰੀਆਂ ਤਦ ਤੱਕ ਹੁੰਦੀਆਂ ਨੇ ਜਦ ਤੱਕ ਕਿਸੇ ਗੁਰੂ ਨਾਨਕ ਵਰਗੇ ਸੂਰਮੇ ਨਾਲ ਸਾਹਮਣਾ ਨਹੀਂ ਹੁੰਦਾ। ਜਦੋਂ ਗੁਰੂ ਨਾਨਕ ਵਰਗੇ ਸੂਰਮੇ ਨਾਲ ਸਾਹਮਣਾ ਹੋਵੇ ਨਾ, ਫਿਰ ਪਤਾ ਲੱਗਦਾ ਹੈ। ਤਾਰੇ ਪ੍ਰਕਾਸ਼ ਕਰੇ ਤਮ ਮੈਂ। ਜਿਵੇਂ ਤਾਰੇ ਜਿਹੜੇ ਨੇ ਉਹ ਰਾਤ ਨੂੰ, ਹਨੇਰੀ ਰਾਤ ਨੂੰ ਪ੍ਰਕਾਸ਼ ਦੇ ਦਿੰਦੇ ਨੇ, ਤਾਰਿਆਂ ਵਿੱਚ ਵੀ ਰਾਹ ਦਿਸਣ ਲੱਗ ਪੈਂਦਾ ਲੋਕਾਂ ਨੂੰ। ਰਬ ਹੋਤੇ ਉਹਦੇ ਪੁੰਨ ਨਾ ਪ੍ਰਗਟੋ। ਪਰ ਇਹ ਤਦ ਹੀ ਹੁੰਦਾ ਹੈ ਕਿ ਨਾ ਕੋਈ ਚੰਦਰਮਾ ਹੈ ਤੇ ਨਾ ਕੋਈ ਸੂਰਜ ਹੈ, ਫਿਰ ਤਾਰਿਆਂ ਦੀ ਗੱਲ ਚੱਲਦੀ ਪਈ ਹੁੰਦੀ ਹੈ। ਪਰ ਜਿਸ ਵੇਲੇ ਉਦੈ ਹੁੰਦਾ ਹੈ ਸੂਰਜ, ਉਹ ਸਾਰੇ ਤਾਰੇ ਜਿਹੜੇ ਚਮਕ ਰਹੇ ਹੁੰਦੇ ਨੇ, ਟਿਮਟਿਮਾ ਰਹੇ ਹੁੰਦੇ ਨੇ, ਲੋਕ ਨਜ਼ਰਾਂ ਭਰ ਭਰ ਕੇ ਵੇਖਦੇ ਨੇ, ਕਿੱਡੇ ਸੋਹਣੇ ਲੱਗਦੇ ਨੇ, ਸੋਹਣੇ ਲੱਗਦੇ ਨੇ, ਵੇਖਦੇ ਆ ਕਿਤੇ ਛਪ ਜਾਂਦੇ ਨੇ ਸਿਰਫ ਸੂਰਜ ਦੇ ਉਦੈ ਹੋਣ ਦੇ ਨਾਲ। ਜੀ ਸਵਈਆ ਗੋਰਖ ਬੈਨ ਪਾਨੇ ਸੁਨ ਕੇ। ਸੁਣ ਕੇ ਫਿਰ ਗੋਰਖ ਆਖਦੇ ਨੇ, ਤੁਮ ਪਾਖਤ ਸਤ ਥੇ ਕੂਰ ਨਾਰਾਈ। ਇਹ ਗੱਲ ਫਿਰ ਦੁਹਰਾਈ ਉਹਨਾਂ ਨੇ। ਮੰਗਲ ਤੁਸੀਂ ਪਹਿਲਾਂ ਠੀਕ ਆਖਦੇ ਸੋ, ਜੋ ਆਖਿਆ ਸੀ ਠੀਕ ਸੀ, ਉਹਦੇ ਵਿੱਚ ਕੋਈ ਝੂਠ ਨਹੀਂ ਸੀ ਹੈ। ਖਿੰਤੜਾ ਆਏ ਗੁਰੂ ਟਿਗ ਤਾਂ ਛਿਨ। ਖਿੰਥੜਾ ਆਏ ਗੁਰੂ ਟਿਗ ਤਾਂ ਛਿਨ। ਇਹ ਗੁਰੂ ਆਪਣਾ ਖਿੰਥਾ, ਝੋਲੀ ਜਿਹਨੂੰ ਕਹਿੰਦੇ ਸਨ, ਇਹ ਪਹਿਨ ਲਵੇ ਕਿਤੇ। ਬੈਠ ਗਏ ਉਹ ਮੁਖ ਬਾਣੀ ਆਲਾਈ। ਹੁਣ ਬੈਠ ਗਏ ਨੇ ਸਾਰੇ ਜਣੇ ਨਾ, ਔਰ ਬੈਠੋ, ਦੇਖੋ ਸਾਡੀ ਗੱਲ ਸੁਣੋ। ਇਹ ਕਿੰਨੇ ਆਖਿਆ ਪੜਾ? ਹਾਂ, ਖਿੰਥੜਾ ਨਾਮ ਦਾ ਇੱਕ ਸਿੱਧ ਆਇਆ। ਜਿਸ ਵੇਲੇ ਗੋਰਖਨਾਥ ਮੈਨੂੰ, ਜਿਸ ਵੇਲੇ ਗੋਰਖਨਾਥ ਸਮਝਾ ਰਿਹਾ ਸੀ ਨਾ, ਤੇ ਜਿਵੇਂ ਹੁੰਦਾ ਹੈ ਦੋ ਸਿਆਣੇ ਸੱਜਣ ਗੱਲਬਾਤ ਕਰ ਰਹੇ ਹੁੰਦੇ ਨੇ, ਇੱਕ ਕਾਲਾ ਜਿਹਾ ਆ ਕੇ ਨਾ ਵਿੱਚ ਗੱਲ ਨੂੰ ਟੋਕਣ ਲੱਗ ਪੈਂਦਾ, ਆਪਣੀ ਚਲਾਉਣ ਲੱਗ ਪੈਂਦਾ। ਖਿੰਥੜਾ ਨਾਮ ਦਾ ਇੱਕ ਸਿੱਧ ਆ ਗਿਆ। ਉਹ ਆ ਕੇ ਕੀ ਕਹਿਣ ਲੱਗਾ? ਜੋਗ ਬਿਨਾ ਮਨ ਸ਼ੁੱਧ ਨਾ ਹੋਵਤ। ਕਹਿੰਦਾ ਨਾਨਕ, ਜਦ ਤੱਕ ਕੋਈ ਯੋਗ ਸਾਧਨਾ ਨਹੀਂ ਕਰਦਾ, ਉਸ ਦਾ ਮਨ ਸ਼ੁੱਧ ਨਹੀਂ ਹੁੰਦਾ। ਆਰਸੀ ਜੋਨੇ ਛਾਰ ਮਲਾਈ। ਜਿਸ ਤਰ੍ਹਾਂ ਸ਼ੀਸ਼ੇ ਦੇ ਉੱਪਰ ਮੈਲ ਆਈ ਹੋਈ ਹੋਵੇ, ਤੇ ਜਦ ਤੱਕ ਮੈਲ ਲਾਈ ਨਾ ਜਾਵੇ, ਸ਼ੀਸ਼ੇ ਦੇ ਵਿੱਚੋਂ ਪ੍ਰਕਾਸ਼ ਤੁਹਾਡਾ ਨਜ਼ਰ ਨਹੀਂ ਆਉਂਦਾ, ਸਰੂਪ ਨਜ਼ਰ ਨਹੀਂ ਆਉਂਦਾ। ਜੀ ਸਾਧਨ ਕੀਨੋ ਹੈ ਕੌਣ ਸੋ ਜੋਗ। ਗੱਲ ਇਹ ਹੈ ਬਈ ਅਸੀਂ ਇਹ ਸਮਝਦੇ ਪਏ ਹਾਂ ਕਿ ਤੇਰਾ ਮਨ ਬੜਾ ਨਿਰਮਲ ਹੈ, ਪਰ ਅਸੀਂ ਤੈਨੂੰ ਸਵਾਲ ਕਰਦੇ ਹਾਂ, ਤੂੰ ਸਾਧਨਾ ਦੱਸ ਕਿਹੜੀ ਕੀਤੀ ਹੈ? ਤੇਰਾ ਮਨ ਬੜਾ ਨਿਰਮਲ ਹੈ, ਤੇਰੇ ਪਾਸ ਇਹ ਸ਼ਕਤੀ ਆ ਚੁੱਕੀ ਹੈ, ਪਰ ਤੂੰ ਸਾਨੂੰ ਦੱਸ ਤਾਂ ਸਹੀ ਵੀ ਤੇਰੀ ਸਾਧਨਾ ਕੀ ਹੈਗੀ ਹੈ। ਜੀ ਭਲੀ ਬਿਦ ਸੋ ਮੁਝ ਦੇਉ ਬਤਾਈ। ਮੈਨੂੰ ਭਲੀ ਤਰ੍ਹਾਂ, ਚੰਗੀ ਤਰ੍ਹਾਂ ਆਪਣਾ ਜਿਹੜਾ ਤੇਰਾ ਯੋਗ ਹੈ ਨਾ, ਜਿਹੜਾ ਤੇਰਾ ਯੋਗ ਹੈ, ਮੈਨੂੰ ਤੂੰ ਆਪਣਾ ਯੋਗ ਸਮਝਾ, ਦੱਸ। ਕਬਿਤ ਸ਼੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ। ਹੁਣ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਤੇ ਮੈਂ ਇਹ ਉਹਨਾਂ ਨਿਮਰਤਾ ਸਹਿਤ ਬੇਨਤੀ ਵੀ ਕਰਾਂ। ਹੁਣ ਭਾਰਤ ਦੇ ਵਿੱਚ ਇੱਥੇ ਬਹੁਤ ਸਾਰੇ ਚੈਨਲਾਂ ਦੇ ਉੱਪਰ ਨਾ ਯੋਗਾ ਦਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਕਈ ਗੁਰੂ ਕੇ ਸਿੱਖ ਵੀ ਜਿਹੜੇ ਨੇ ਨਾ, ਵੇਖ ਵੇਖ ਕੇ ਪ੍ਰਭਾਵਿਤ ਹੁੰਦੇ ਨੇ। ਔਰ ਮੈਨੂੰ ਯਾਦ ਹੈ, ਇੱਕ ਦਫਾ ਮੈਂ ਅੱਗੇ ਵੀ ਤੁਹਾਡੇ ਚਰਨਾਂ ਵਿੱਚ ਖਿਦਮਤ ਵਿੱਚ ਬੇਨਤੀ ਕੀਤੀ ਸੀ, ਚੇਤੇ ਰੱਖਣਾ, ਯੋਗ ਸਾਧਨਾ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਯੋਗ ਸਾਧਨਾ ਦੀ, ਪ੍ਰਾਣਾਯਾਮ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਔਰ ਸਤਿਗੁਰਾਂ ਨੇ ਅੱਜ ਫਿਰ ਜੋ ਬਚਨ ਕੀਤੇ, ਮਾਨਯੋਗ ਭਾਈ ਸਾਹਿਬ ਹੋਰੀ ਲਿਖਦੇ ਨੇ, ਇੱਕ ਵਾਰ ਫਿਰ ਆਖਿਓ ਜੀ।
श्री गुरु कहते हैं प्राणायाम के कर्म तीन। ਸਤਿਗੁਰੂ ਕਹਿਣ ਲੱਗੇ ਖਿੰਥੜਾ ਤੁਹਾਡੇ ਪ੍ਰਾਣਾਯਾਮ ਦੇ 3 ਕਰਮ ਨੇ ਨਾ। पूरक है कुंभक और रेचक बखानिए। ਪੂਰਕ ਹੁੰਦਾ ਹੈ, ਕੁੰਭਕ ਹੁੰਦਾ ਹੈ, ਰੇਚਕ ਹੁੰਦਾ ਹੈ। ਪੂਰਕ ਹੁੰਦਾ ਹੈ ਅੰਦਰ ਗ੍ਰਹਿਣ ਕਰਨਾ, ਕੁੰਭਕ ਹੁੰਦਾ ਹੈ ਅੰਦਰ ਟਿਕਾ ਲੈਣਾ, ਰੇਚਕ ਹੁੰਦਾ ਹੈ ਅੰਦਰੋਂ ਬਾਹਰ ਕੱਢਣਾ। ਸਵਾਸ ਲੈਣਾ, ਸਵਾਸ ਟਿਕਾਉਣਾ, ਸਵਾਸ ਬਾਹਰ ਕੱਢਣਾ ਜੀ। सुन के भगत भाव पूरक को कीनो नीके। ਹੁਣ ਸੁਣ ਅਸੀਂ ਕਿਹੜਾ ਯੋਗ ਸਾਧਨਾ ਕੀਤੀ ਹੈ। ਅਸੀਂ ਯੋਗ ਸਾਧਨਾ ਕੀਤੀ ਹੈ। ਇੱਕ ਵਾਰ ਫਿਰ ਆਖਿਓ ਜੇ सुन के भगत भाव पूरब को कीनो नीके। ਅਸੀਂ ਤਾਂ ਭਗਤੀ ਭਾਵਨਾ ਵਾਲਾ ਸਵਾਸ ਲਿਆਏ। ਭਗਤੀ ਭਾਵਨਾ ਵਾਲਾ ਪਿਆਰ, ਪਿਆਰ ਰੂਪੀ ਸਾਡਾ ਪੂਰਕ ਹੈ ਜੀ। नाम लेव लाई नीत कुंभक प्रमानिए। ਔਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਦੇ ਸਦਕਾ ਸਾਡੇ ਅੰਦਰ ਉਹਨਾਂ ਦੀ ਯਾਦ ਟਿਕ ਗਈ। ਉਹਨਾਂ ਦੀ ਯਾਦ ਟਿਕ ਜਾਣੀ ਹੈ ਸਾਡੇ ਵਾਸਤੇ ਕੁੰਭਕ ਜੀ। तजे हैं विकार मन रेचक विचार लीजै। ਰਹੀ ਗੱਲ ਜਿਹੜਾ ਤੁਸੀਂ ਸਵਾਸ ਬਾਹਰ ਕੱਢਣ ਨੂੰ ਰੇਚਕ ਆਖਦੇ ਹੋ, ਗੁਰੂ ਕੇ ਸਵਾਸ ਬਾਹਰ ਕੱਢਣ ਦੀ ਬਜਾਏ ਵਿਕਾਰ ਬਾਹਰ ਕੱਢ ਦੇਣਾ। ਇਹ ਹੈ ਸਾਡਾ ਯੋਗ। ਪ੍ਰੇਮਾ ਭਗਤੀ ਦਾ ਸਵਾਸ ਲੈਣਾ, ਵਾਹਿਗੁਰੂ ਜੀ ਦੀ ਯਾਦ ਦਾ ਸਵਾਸ ਅੰਦਰ ਟਿਕਾਉਣਾ ਤੇ ਵਿਕਾਰਾਂ ਰੂਪੀ ਸਵਾਸ ਨੂੰ ਬਾਹਰ ਕੱਢਣਾ। ਇਹ ਸਿੱਖੀ ਦਾ ਯੋਗ ਹੈ। ਇਹ ਮੈਂ ਕਹਾਂਗਾ ਅੱਜ ਵੀ ਸਾਨੂੰ ਸਾਰਿਆਂ ਗੁਰੂ ਕੇ ਸਿੱਖਾਂ ਨੂੰ ਇਹ ਜਿਹੜੇ ਬਚਨ ਨੇ ਤਿੰਨੇ, ਪ੍ਰੇਮਾ ਭਗਤੀ ਦਾ ਧਾਰਨੀ ਹੋਣਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਤੇ ਵਿਕਾਰਾਂ ਨੂੰ ਬਾਹਰ ਕੱਢਣਾ। ਜਿਹੜੇ ਸਿੱਖ ਇਹ 3 ਕੰਮ ਕਰ ਲੈਂਦੇ ਨੇ ਉਹ ਮਹਾਨ ਯੋਗੀ ਨੇ। ਹੋਰ ਕੋਈ ਯੋਗ ਨਹੀਂ ਹੈਗਾ ਜੀ। कली काल बिखे ऐसे जोग गत दानिए। ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਉਹ ਸਮਾਂ ਤੁਹਾਡੇ ਯੋਗਾਂ ਦਾ ਨਹੀਂ ਚੱਲ ਰਿਹਾ। ਇਹ ਠੀਕ ਹੈ। ਹੁਣ ਇਹ ਸ਼ਬਦ ਮੈਂ ਆਪਣੇ ਵੱਲੋਂ ਕਹਿ ਰਿਹਾ ਵੀ ਤੁਸੀਂ ਕਹਿੰਦੇ ਹੋ ਸਵਾਸ ਲੈਣ ਨਾਲ ਸਵਾਸ ਤੁਹਾਡਾ ਲੰਬਾ ਹੋ ਜਾਂਦਾ ਹੈ ਜਾਂ ਹੋਰ ਕਈ ਇਹਦੇ ਵਿੱਚ ਗੁਣ ਆ ਜਾਂਦੇ ਨੇ। ਮੁੱਕਦੀ ਗੱਲ ਸਰੀਰ ਨਰੋਆ ਹੁੰਦਾ ਹੈ ਨਾ, ਸੁਰਤੀ ਨਹੀਂ ਨਰੋਈ ਹੁੰਦੀ। ਸਰੀਰ ਨਰੋਆ ਹੁੰਦਾ ਹੈ ਨਾ ਤੁਹਾਡੇ ਕਹਿਣ ਅਨੁਸਾਰ, ਸੁਰਤੀ ਨਹੀਂ ਨਰੋਈ ਹੁੰਦੀ। ਪਰ ਜਿਹੜਾ ਗੁਰਮਤਿ ਅਨੁਸਾਰ ਚੱਲਦਾ ਹੈ ਉਹਦਾ ਸਰੀਰ ਵੀ ਨਰੋਆ ਹੁੰਦਾ ਹੈ, ਉਹਦੀ ਸੁਰਤੀ ਵੀ ਨਰੋਈ ਹੁੰਦੀ ਹੈ। ਹੁਣ ਤੁਸੀਂ ਕਹੋਗੇ ਮੈਂ ਆਪਣੇ ਵੱਲੋਂ ਇਹ ਜੋੜ ਰਿਹਾ। ਜੇ ਕਿਤੇ ਸੁਰਤੀ ਨਰੋਈ ਹੋਈ ਹੁੰਦੀ, ਇਹ ਯੋਗ ਸਾਧਨਾ ਵਾਲੇ ਇੰਨੇ ਹਉਮੈ ਵਿੱਚ ਹੰਕਾਰ ਵਿੱਚ ਆ ਕੇ ਖੇਪੜਦੇ ਫਿਰਦੇ। ਹਾਂਜੀ, ਨਿਰਮਲ ਕਿੱਥੇ ਹੋਈ? ਹਉਮੈ ਦੇ ਨਾਲ, ਹੰਕਾਰ ਦੇ ਨਾਲ ਲਿਬੜੀਆਂ ਹੋਈਆਂ ਨੇ ਸੁਰਤੀਆਂ ਸਾਰੀਆਂ। ਕਿੱਧਰ ਗਿਆ ਪ੍ਰਾਣਾਯਾਮ? ਸਤਿਗੁਰੂ ਕਹਿੰਦੇ ਨੇ ਵਿਕਾਰੀ ਬਿਰਤੀਆਂ ਬਾਹਰ ਕੱਢੋ। ਐ ਜੇ ਸਵਾਸ ਬਾਹਰ ਕੱਢਣਾ, ਕੱਢੋ ਸਾਰੇ ਜੀ। खिंतड़ा सुनत हर खाए लपटाए पग। ਦੇਖੋ ਮੈਂ ਇਸ ਗੱਲ ਨੂੰ ਮੈਂ ਐਪਰੀਸ਼ੀਏਟ ਵੀ ਕਰਦਾ, ਮੈਂ ਸ਼ਲਾਘਾ ਕਰਦਾ। ਹੁਣ ਆਇਆ ਸੀ ਨਾ ਤੇ ਸਤਿਗੁਰਾਂ ਦੇ ਪਾਸੋਂ ਪੁੱਛਦਾ ਹੈ ਫਿਰ ਬਈ ਅਸੀਂ ਤਾਂ ਮਨ ਇਉਂ ਨਿਰਮਲ ਕੀਤਾ ਹੈ ਤੇ ਤੁਸੀਂ ਤਾਂ ਐਸਾ ਕੁਝ ਕੀਤਾ ਨਹੀਂ, ਸਾਨੂੰ ਦੱਸੋ ਤੁਹਾਡਾ ਮਨ ਕਿਵੇਂ ਨਿਰਮਲ ਹੋ ਗਿਆ? ਤੇ ਸਤਿਗੁਰਾਂ ਨੇ ਆਖਿਆ ਸਾਡਾ ਮਨ ਇਉਂ ਨਿਰਮਲ ਹੋਇਆ ਹੈ। ਤੇ ਸੁਣ ਕੇ ਖਿੰਥੜਾ ਉੱਠ ਕੇ ਨਾ ਮਹਾਰਾਜ ਦੇ ਚਰਣੀ ਪੈ ਗਿਆ। ਕਹਿੰਦਾ ਧੰਨ ਹੋ ਤੁਸੀਂ, ਮਹਾਨ ਹੋ ਤੁਸੀਂ ਜੀ। तू है करतार अवतार दंभ हानिए। ਤੂੰ ਵਾਕਿਆ ਹੀ ਕਰਤਾਰ ਦਾ ਰੂਪ ਹੈ ਜਿਹੜਾ ਅਜੋਕੇ ਸਮੇਂ ਦੇ ਸਾਰੇ ਪਖੰਡ ਬਾਹਰ ਕੱਢਣ ਵਾਸਤੇ ਆਇਆ ਹੋਇਆ ਹੈ। ਵਾਹ। ਊਰਮ ਬਹੁਰ ਆਇਓ ਤੂਰਮ ਹੈ ਸੰਗ ਜਾਕੇ। ਫਿਰ ਪੂਰਮ ਵੀ ਆਇਆ ਤੇ ਧੂਰਮ ਵੀ ਆਇਆ। ਹੁਣ ਨਾਉ ਨੇ ਉਹਨਾਂ ਸੱਜਣਾ ਦੇ, ਉਹ ਵੀ ਆਏ ਦੋਏ ਜਣੇ ਜੀ। ਬੂਝੇ ਮਨ ਬਾਸ ਕਹਾਂ ਪੌਨ ਰਹੇ ਥਾਨ ਕੋ। ਹੁਣ ਉਹਨਾਂ ਨੇ ਜਿਹੜੇ ਸਵਾਲ ਕੀਤੇ ਸੰਖੇਪਤਾ ਨਾਲ ਆਪਾਂ ਉੱਤਰ ਵਿਚਾਰ ਲਈਏ। ਕਹਿੰਦੇ ਨੇ ਇੱਕ ਨਾ ਫਿਰ ਆਖਿਓ ਜੇ ਬੂਝੇ ਮਨ ਬਾਸ ਕਹਾਂ ਪੌਨ ਰਹੇ ਥਾਨ ਕੋ। ਮਨ ਦਾ ਨਿਵਾਸ ਕਿੱਥੇ ਹੁੰਦਾ ਹੈ? ਸਵਾਸ ਕਿੱਥੇ ਟਿਕਦੇ ਨੇ? ਕੌਣ ਹੈ ਨਰੇਸ਼
कौन सचिव बताए मोह। राजा कौन है, वजीर कौन है, कैसे परे बंद कैसे कंदन है हान को। ਗੱਲ ਇਹ ਹੈ ਕਿ ਕੈਸੇ ਪਰੇ ਬੰਦ ਅੰਦਰ ਤੁਹਾਡਾ ਕਿਵੇਂ ਟਿਕ ਸਕਦਾ ਹੈ, ਜਿਹੜਾ ਸਾਡਾ ਦੌੜਦਾ ਰਹਿੰਦਾ ਹੈ ਸਾਰਾ ਕੁਝ। ਹੁਣ ਨਾਉ ਨਹੀਂ ਲੈ ਰਿਹਾ ਉਹ, ਜਿਵੇਂ ਅੰਦਰ ਸਾਡਾ ਦੌੜਦਾ ਰਹਿੰਦਾ ਹੈ, ਇਹ ਕਿਵੇਂ ਸਾਰਾ ਕੁਝ ਠੱਲਿਆ ਜਾ ਸਕਦਾ ਹੈ, ਰੋਕਿਆ ਜਾ ਸਕਦਾ ਹੈ, ਬੰਦ ਪਾਇਆ ਜਾ ਸਕਦਾ ਹੈ ਜੀ। कैसे कंदन है हान को। ਔਰ ਕਿਵੇਂ ਸਾਡੇ ਅੰਦਰੋਂ ਕੰਗਨ ਹੈ ਹਾਨ ਕੋ, ਅੰਦਰੋਂ ਜਿਹੜੀ ਸਾਡੀ ਮੈਲ ਹੈ ਉਹ ਸਾਰੀ ਨਿਕਲ ਜਾਵੇ। को है गुरु चेलो कौन सुखदाई पौन कौन। गुरु कौन है, चेला कौन है, सुख देने वाला कौन है। माया मोह टूटे कैसे करिए बखान को। ਮਾਇਆ ਦਾ ਮੋਹ ਕਿਵੇਂ ਟੁੱਟ ਸਕਦਾ ਹੈ, ਸਾਨੂੰ ਦੱਸੋ। लियो सीख गोरख की मानिए बचन मम। ਦੇਖੋ ਇਹ ਸਾਰੇ ਉੱਤਰ ਦੇਣ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਗੋਰਖ ਦੇ ਚੇਲੇ ਬਣ ਜਾਓ। पाइए परम पद जाके समान को। ਔਰ ਤੁਸੀਂ ਵੀ ਗੋਰਖ ਹੋਰਾਂ ਦੇ ਵਾਂਗੂ, ਸਾਡੇ ਗੁਰੂ ਜੀ ਦੇ ਵਾਂਗੂ ਤੁਸੀਂ ਵੀ ਪਰਮ ਪਦ ਵੀ ਪ੍ਰਾਪਤ ਕਰੋ। कबित रिदे मन बास जान नाभ बिखे पौन थान। ਹੁਣ ਸਤਿਗੁਰੂ ਸੰਖੇਪਤਾ ਨਾਲ ਉੱਤਰ ਦੇ ਰਹੇ ਨੇ, ਆਪਾਂ ਸੰਖੇਪਤਾ ਨਾਲ ਸੁਣ ਲਈਏ। ਕੀ ਆਖਿਆ ਜੀ? रिदे मन बास जान नाभ बिखे पौन थान। ਗੱਲ ਇਹ ਹੈ ਕਿ ਮਨ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੈ, ਪੌਣ ਦਾ ਨਿਵਾਸ ਸਾਡੀ ਨਾਭੀ ਵਿੱਚ ਹੁੰਦਾ ਹੈ ਜੀ। मन है नरेश प्राण सचिव बखानिए। ਮਨ ਹੈ ਸੁਲਤਾਨ ਤੇ ਪ੍ਰਾਣ ਨੇ ਇਹਨਾਂ ਦੇ ਮੰਤਰੀ। बिख के विकार रच बंधन परत जियो। ਜਦੋਂ ਅਸੀਂ ਵਿਕਾਰਾਂ ਵਿੱਚ ਪੈ ਜਾਂਦੇ ਹਾਂ, ਜੀ ਸਾਡਾ ਬੰਧਨਾਂ ਵਿੱਚ ਪੈ ਜਾਂਦਾ ਹੈ। दसवें दर पौन रहे कंद ने हानिए। ਗੱਲ ਇਹ ਹੈ ਵੀ ਜੇ ਸਵਾਸ ਦਸਮ ਦੁਆਰ ਵਿੱਚ ਟਿਕੇ ਰਹਿਣ ਤੇ ਫਿਰ ਸਰੀਰ ਨੂੰ ਕੁਝ ਨਹੀਂ ਹੁੰਦਾ। ਹੁਣ ਦਸਮ ਦੁਆਰ ਦੇ ਨਾ ਅਰਥ ਸਤਿਗੁਰੂ ਮਹਾਰਾਜ ਉਹ ਜੋਗੀਆਂ ਵਾਲਾ ਦਸਮ ਦੁਆਰ ਨਹੀਂ ਕਹਿ ਰਹੇ, ਵਿਚਾਰ ਮੰਡਲ ਹੈ, ਫਿਰ ਆਪਾਂ ਵਿਚਾਰ ਕਰਾਂਗੇ ਜੀ। गुरु है शब्द तुन चेला है सुरत ਚੇਤਾ तैं। ਰੱਖਿਓ ਜੇ ਤੁਸੀਂ ਨਾਨਕ ਨੂੰ ਨਾ ਆਖੋ ਕਿ ਕਿਸੇ ਗੋਰਖਨਾਥ ਦੇ ਸਿੱਖ ਬਣ ਜਾਣ, ਅਸੀਂ ਤਾਂ ਸਿੱਖ ਬਣੇ ਹੋਏ ਆ। ਕੌਣ? ਸ਼ਬਦ ਗੁਰੂ ਸੁਰਤ ਤੁਨ ਚੇਲਾ। ਜਿਹੜਾ ਗੁਰੂ ਸ਼ਬਦ ਦੀ ਧੁਨੀ ਹੈ ਨਾ, ਹੁਣ ਧੁਨੀ ਸ਼ਬਦ ਦਾ ਅਰਥ ਹੈ, ਜਦੋਂ ਅਸੀਂ ਭਾਵ ਲਵਾਂਗੇ ਤੇ ਧੁਨੀ ਸ਼ਬਦ ਤਾਂ ਵੈਸੇ ਤਾਂ ਹੁੰਦਾ ਹੈ ਆਵਾਜ਼, ਨਾਦ। ਨਾਦ ਕੀ ਹੋਇਆ? ਸ਼ਬਦ ਦੀ ਨਾਦ ਹੈ, ਸ਼ਬਦ ਦੀ ਵਿਚਾਰ। ਧਾਰਨ ਕੌਣ ਕਰਦਾ ਹੈ? ਧਾਰਨ ਕੋਈ ਸਰੀਰ ਨਹੀਂ ਕਰਦਾ, ਧਾਰਨ ਕਰਦਾ ਹੈ ਸਾਡੀ ਸੁਰਤੀ। ਨਾ ਗੁਰੂ ਸਰੀਰ ਹੈ, ਨਾ ਸਿੱਖ ਸਰੀਰ ਹੈ। ਸ਼ਬਦ ਗੁਰੂ ਹੈ, ਸ਼ਬਦ ਦੀ ਵਿਚਾਰ ਜੋ ਧਾਰਨ ਕਰਦੀ ਹੈ ਸਾਡੀ ਸੁਰਤੀ। ਜਿਸ ਸੁਰਤੀ ਵਿੱਚ ਸ਼ਬਦ ਟਿਕ ਜਾਂਦਾ ਹੈ ਉਹ ਗੁਰੂ ਦਾ ਸਿੱਖ ਬਣ ਜਾਂਦਾ ਹੈ, ਗੁਰੂ ਨਾਲ ਭੇਦ ਹੋ ਜਾਂਦਾ ਹੈ ਜੀ। धाम सुखदाई तुरी पदवी प्रमानिए। धाम सुखदाई तुरी पदवी प्रमानिए। ਇਹ ਨੇਚਲ ਧਾਮ ਹੈ ਤੇ ਉੱਤਮ ਪਦਵੀ ਹੈ। ज्ञान होवे आवे माया मोह टूट जावे तब। ਜਿਸ ਵੇਲੇ ਗਿਆਨ ਆ ਜਾਂਦਾ ਹੈ, ਮਾਇਆ ਦਾ ਮੋਹ ਟੁੱਟ ਜਾਂਦਾ ਹੈ। देवो सीख सिद्धन सबन पहचानिए। ਅਸੀਂ ਤੁਹਾਨੂੰ ਸਾਰੇ ਸਿੱਧਾਂ ਨੂੰ ਇਹ ਸਿੱਖਿਆ ਦਿੰਦੇ ਹਾਂ। ਤੁਸੀਂ ਸਾਨੂੰ ਨਾ ਆਖੋ ਵੀ ਉਹਨਾਂ ਦੇ ਸਿੱਖ ਬਣ ਜਾਓ, ਅਸੀਂ ਤੁਹਾਨੂੰ ਸਿੱਖਿਆ ਦੇ ਰਹੇ ਹਾਂ। ਜੇ ਤੁਸਾਂ ਨੇ ਆਪਣਾ ਜੀਵਨ ਸਫਲ ਕਰਨਾ ਜੇ ਤੇ ਐਂ ਕਰੋ। ਸਵਈਆ ਤੰਗਰ ਪੁੱਛਤ ਸ਼੍ਰੀ ਗੁਰ ਸੋ। ਫਿਰ ਚੰਗਰ ਪੁੱਛਦਾ ਹੈ ਗੁਰੂ ਸਾਹਿਬ ਨੂੰ, ਤੁਝ ਕੌਣ ਪਿਤਾ ਕੋ ਮੈਂ ਤਾਰੀ। ਤੇਰਾ ਪਿਤਾ ਕੌਣ ਹੈ, ਤੇਰੀ ਮਾਤਾ ਕੌਣ ਹੈ। जोगी के भोगी के सोगी के दो। ਤੁਸੀਂ ਜੋਗੀ ਹੋ ਕਿ ਭੋਗੀ ਹੋ ਕਿ ਸੋਗੀ ਹੋ ਕਿ ਸਾਰਾ ਕੁਝ ਹੀ ਹੋ ਤੁਸੀਂ। हर खीरै हो कौ साचे उचारी। ਸਦਾ ਮੁਸਕਰਾਉਂਦੇ ਰਹਿਣ ਵਾਲੇ, ਹਰਖ ਵਿੱਚ ਰਹਿਣ ਵਾਲੇ ਹੋ ਕਿ ਸੋਗੀ ਹੋ, ਸੋਗ ਵਿੱਚ ਰਹਿਣ ਵਾਲੇ ਹੋ ਜੀ।
को प्रकाश जंजार मिटा। ਕਿਹੜਾ ਪ੍ਰਕਾਸ਼ ਜਿਹੜਾ ਹੈ ਸਾਡੇ ਜੀਵਨ ਦੇ ਜੰਜਾਲ ਨੂੰ ਮਿਟਾ ਸਕਦਾ ਹੈ? पुन काहे ते उज्जल बुद्ध तुम्हारी। ਇਹ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਇੰਨੀ ਉਜਲ ਬੁੱਧੀ ਦੇ ਮਾਲਕ ਹੋ? गोरख के उपदेश लिए ਗੋਰਖ ਜੀ ਦਾ ਉਪਦੇਸ਼ ਲੈ ਲਓ। जग देह अजीत रहे ने हारी। ਫਿਰ ਤੁਹਾਡਾ ਜਿਹੜਾ ਸਰੀਰ ਹੈ ਉਹ ਸਦਾ ਅਜਿਤ ਹੋ ਜਾਏਗਾ। पंकज लोचन बैन कहे ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਆਖੇ, पित मोहे संतोख खेमा शुभ ਹੁਣ माई। ਜਿਹੜੀ ਭਾਸ਼ਾ ਉਹ ਬੋਲ ਰਹੇ ਸਨ ਨਾ, ਉਹ ਭਾਸ਼ਾ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਸਿੱਧੀ ਸਮਝ ਆਉਂਦੀ ਹੈ। ਅਸੀਂ ਤਾਂ ਫਟਾਫਟ ਆਖਾਂਗੇ ਪਿਤਾ ਜੀ ਦਾ ਨਾਮ ਕੀ ਸੀ, ਸਾਨੂੰ ਪਤਾ ਹੈ, ਮਾਤਾ ਜੀ ਦਾ ਨਾਮ ਕੀ ਸੀ, ਸਾਨੂੰ ਪਤਾ ਹੈ। ਇਹਨਾਂ ਗੱਲਾਂ ਨਾਲ ਤਾਂ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ ਸੀ। ਜਿਹੜੇ ਪਿਤਾ ਮਾਤਾ ਉਹ ਜਾਣਨਾ ਚਾਹੁੰਦੇ ਸਨ, ਸਤਿਗੁਰੂ ਕਹਿੰਦੇ ਨੇ ਸੁਣੋ ਸਾਡਾ ਪਿਤਾ ਕੌਣ ਹੈ। ਸਾਡਾ ਪਿਤਾ ਹੈ संतोख ਪਿਤਾ ਸੰਤੋਖ, खेमा ਹਾਂਜੀ, खेमा ਤੇ ਸਾਡੀ ਮਾਤਾ ਹੈ ਖਿਮਾ ਮੁਝ ਮਾਈ। ਖਿਮਾ ਕਰ ਦੇਣਾ ਸਾਡੀ ਮਾਂ ਹੈ ਜੀ। ਭੋਗ ਮੈਂ ਜੋਗ ਨਾ ਸੋਗ ਕਰੋ। ਗੱਲ ਇਹ ਹੈ ਵੀ ਅਸੀਂ ਗ੍ਰਸਤੀ ਹਾਂ, ਅਸੀਂ ਸੰਸਾਰੀ ਹਾਂ, ਲੇਕਿਨ ਐਸੇ ਸੰਸਾਰੀ ਜਿਹੜੇ ਰੋਂਦੇ ਨਹੀਂ, ਐਸੇ ਸੰਸਾਰੀ ਜਿਹੜੇ ਛਾਲਾ ਨਹੀਂ ਮਾਰਦੇ। ਨਾ ਇੱਥੇ ਸੋਗ ਹੈ ਨਾ ਇੱਥੇ ਹਰਖ ਹੈ ਜੀ। ਹਰ ਕੋਨੇ ਨੀਰ ਜੋ ਕੰਜ ਰਹਾਈ। ਅਸੀਂ ਬਿਲਕੁਲ ਨਿਰਲੇਪ ਰਹਿਣ ਵਾਲੇ ਹਾਂ। ਜੰਜਾਰ ਓਕਾਰ ਪ੍ਰਕਾਸ਼ ਮਿਟੇ। ਸਰਕਾਰ ਦੀ ਕਿਰਪਾ ਦੇ ਸਦਕਾ ਜੰਜਾਰ ਮਿਟ ਜਾਂਦੇ ਨੇ, ਸਾਰੇ ਮਿਟ ਗਏ ਸਾਡੇ। ਗੁਰ ਕੋ ਮਿਲ ਉਜਲ ਬੁੱਧ ਸੁਹਾਈ। ਇਹ ਐਸੀ ਉਜਲ ਬੁੱਧ ਤਾਂ ਹੁੰਦੀ ਹੈ ਜਦੋਂ ਅਸੀਂ ਗੁਰਾਨ ਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਾਂ। ਗੋਰਖ ਤੋਂ ਸੰਗ ਉਹ ਸਭ ਹੀ ਸਿੱਧ। ਗੱਲ ਇਹ ਹੈ ਵੀ ਸਮੇਤ ਤੇਰੇ ਸਾਰੇ ਸਿੱਧਾਂ ਦੇ, ਸਮੇਤ ਗੋਰਖਨਾਥ ਦੇ, ਹਾਂਜੀ, ਦੇਵੋਂਗੋ ਉਪਦੇਸ਼ ਬਣਾਈ। ਅਸੀਂ ਚੰਗੀ ਤਰ੍ਹਾਂ ਤੁਹਾਨੂੰ ਉਪਦੇਸ਼ ਇਹ ਦ੍ਰਿੜ ਕਰਵਾ ਕੇ ਜਾਵਾਂਗੇ। ਅਸੀਂ ਆਏ ਹੀ ਇਹ ਉਪਦੇਸ਼ ਦ੍ਰਿੜ ਕਰਵਾਉਣ ਵਾਸਤੇ ਹਾਂ ਜੀ। ਦੋਹਰਾ ਪੁਨ ਗੋਰਖ ਸਮਝੀਰੀ ਦੇ। ਫਿਰ ਗੋਰਖ ਨੇ ਆਪਣੇ ਅੰਦਰ ਗੱਲ ਨੂੰ ਸਮਝਿਆ ਕਿ ਅਦਿਕ ਵਿਭੂਤ ਦਿਖਾਏ। ਕਹਿਣ ਲੱਗੇ ਹੁਣ ਇਹਨੂੰ ਪੁੱਛੋ, ਆਪਣੇ ਪਦਾਰਥ ਵਿਖਾਉਂਦੇ ਆ ਜੀ। ਆਨੋ ਨਿਜ ਮਾਰਗ ਵਿਖੇ। ਹੁਣ ਇਹ ਐਵੇਂ ਨਹੀਂ ਮੰਨੇਗਾ ਕਰਾਮਾਤਾਂ ਨਾਲ ਤਾਂ ਇਹ ਹਰਾ ਗਿਆ, ਸਭ ਕੁਝ ਅੱਗੇ ਨਿਕਲ ਗਿਆ, ਜਿੱਤ ਗਿਆ। ਮਾਨੇ ਮਨੇ ਲੁਭਾਏ। ਹੁਣ ਇਹਨੂੰ ਨਾ ਕੁਝ ਲੋਭ ਦਿੰਦੇ ਆ ਵਾਹਿਗੁਰੂ, ਤੇ ਲੋਭ ਦੇਖੋ ਕੀ ਦਿੰਦੇ ਨੇ ਹੁਣ ਜੀ। ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਿਲੋਕ। ਆਖਿਆ ਬਾਲੇ ਐ ਨਾਨਕ ਨੇੜੇ ਹੀ ਤਾਲ ਹੈ, ਥੋੜਾ ਜਿਹਾ ਅੱਗੇ ਜਾਏਗਾ ਤੇ ਤੈਨੂੰ ਨਜ਼ਰ ਆਵੇਗਾ। ਐ ਲੈ ਸਾਡਾ ਖੱਪਰ ਲੈ ਜਾ। ਪਾਣੀ ਆਨੋ ਤਹਾਂ ਤੇ ਹੂਜੇ ਸਦਾ ਅਸ਼ੋਕ। ਉੱਥੋਂ ਜਾ ਕੇ ਪਾਣੀ ਦਾ ਖੱਪਰ ਭਰ ਲਿਆਓ। ਜਿਉਂ ਹੀ ਪਾਣੀ ਦਾ ਖੱਪਰ ਤੁਸੀਂ ਭਰ ਕੇ ਲਿਆਓਗੇ ਨਾ, ਸਾਰੀ ਜ਼ਿੰਦਗੀ ਵਿੱਚ ਤੁਹਾਡੀਆਂ ਲਹਿਰਾਂ ਬਹਿਰਾਂ ਹੀ ਹੋ ਜਾਣਗੀਆਂ ਜੀ। ਲੈ ਕਰ ਗਮਨੇ ਤਾਲ ਟਿਗ ਮਾਣਕ ਲਾਲ ਵਿਸਾਲ। ਲਹਿਰਾਂ ਬਹਿਰਾਂ ਕਾਹਦੇ ਨਾਲ ਹੋਣੀਆਂ ਸਨ ਭਲਾ? ਉਹਨ ਆਖਿਆ ਨਾ ਲਾਲਚ ਦਿੰਦੇ ਆ ਇਹਨੂੰ। ਉੱਥੇ ਗਏ ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤੇ ਵੇਖਿਆ ਕਿ ਉੱਥੇ ਲਹਿਰਾਂ ਪਾਣੀ ਦੀਆਂ ਨਹੀਂ ਸਨ ਹੈਗੀਆਂ, ਕੁਝ ਹੋਰ ਨਹੀਂ ਸਨ। ਲਾਲ ਵਿਸਾਲ, ਵੱਡੇ ਵੱਡੇ ਲਾਲ ਮੋਤੀ ਜੀ। ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾਲ। ਸਤਿਗੁਰਾਂ ਨੇ ਦੇਖਿਆ ਥੋੜੇ ਬਹੁਤੇ ਨਹੀਂ ਸਨ, ਇਹ ਸਾਰਾ ਸਰੋਵਰ, ਸਾਰਾ ਤਾਲ ਹੀ ਹੀਰੇ ਮੋਤੀਆਂ ਦਾ ਭਰਿਆ ਹੋਇਆ ਸੀ। ਜਗਮਗ ਜਗਮਗ ਕਰਤ ਹੈ ਤਹਾਂ ਜਵਾਹਿਰ ਪੂਰੇ। ਬਹੁਤ ਸਾਰੇ ਜਵਾਹਰਾਤ ਜਗਮਗ ਜਗਮਗ ਕਰ ਰਹੇ ਨੇ। ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ। ਹਟ ਆਏ ਜਗ ਮੂਰ, ਜਗਤ ਦਾ ਮੂਲ ਸਤਿਗੁਰੂ ਮਹਾਰਾਜ। ਇਹ ਸਾਰਾ ਕੁਝ ਵੇਖ ਕੇ ਕਿ ਗੋਰਖਨਾਥ ਨੂੰ ਹੋਰ ਨਹੀਂ ਸੁਝਿਆ ਕੁਛ, ਤੇ ਇਹ ਸਾਨੂੰ ਐ ਥੋੜਾ ਕੁਝ ਵਿਖਾ ਕੇ ਤੇ ਲਲਚਾਉਂਦਾ ਚਾਹੁੰਦਾ ਹੈ। ਸਤਿਗੁਰੂ ਮਹਾਰਾਜ ਨਾ ਵਾਪਸ ਮੁੜੇ ਆਏ, ਹੱਥ 'ਚ ਫੜਿਆ ਹੋਇਆ ਖੱਪਰ
जी कयो आन तै नीर ने खप्पर लियो समाल। ਕਹਿਣ ਲੱਗੇ ਨਾਥ ਜੀ ਉੱਥੇ ਪਾਣੀ ਕੋਈ ਨਹੀਂ ਹੈਗਾ ਤੇ ਆਹ ਫੜੋ ਤੁਸੀਂ ਆਪਣਾ ਖੱਪਰ, ਸੰਭਾਲੋ ਆਪਣਾ ਖੱਪਰ। ਕੱਲ ਨੂੰ ਨਾ ਇਹ ਆਖਿਓ ਜੇ ਬਈ ਸਾਨੂੰ ਕਿਹੜਾ ਵਿਖਾਇਆ ਸੀ, ਪਤਾ ਨਹੀਂ ਖੱਪਰ ਵਿੱਚ ਕਿੰਨੇ ਹੀਰੇ ਜਵਾਹਰਾਤ ਲੈ ਗਿਆ ਹੋਵੇਗਾ। ਇਹ ਫੜੋ ਆਪਣਾ ਖੱਪਰ ਤੁਸੀਂ ਜੀ। बैठे रहो समीप होए श्री गुरदीन दयाल। ਐਂ ਕਹਿ ਕੇ ਨਾ ਸਾਹਿਬ ਸੱਚੇ ਪਾਤਸ਼ਾਹ ਖੱਪਰ ਉਹਨਾਂ ਦੇ ਕੋਲ ਰੱਖ ਕੇ ਆਪ ਬੈਠ ਗਏ। ਫਿਰ ਬਚਨ ਕਰਨ ਵਾਸਤੇ ਇਹ ਵਿਸ਼ੇਸ਼ ਤੌਰ ਤੇ ਹਵਾਲਾ ਦਿੱਤਾ ਮਾਨਯੋਗ ਭਾਈ ਸਾਹਿਬ ਹੋਰਾਂ, ਭਾਈ ਗੁਰਦਾਸ ਜੀ ਹੋਰਾਂ ਨੇ। ਕਹਿਣ ਲੱਗੇ ਜਿਸ ਵੇਲੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਨੀ ਉੱਠ ਚਾਲਾ। ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਪੁਰਖ ਅਗਾਧ ਬੋਧ ਕਿਹੜਾ ਝੱਲੇ ਗੁਰ ਦੀ ਝਾਲਾ। ਫਿਰ ਆਇਆ ਗੁਰ ਸੰਬੋਧਨ ਕੀਤਾ ਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ। ਵਾਹਿਗੁਰੂ ਵਾਹਿਗੁਰੂ। ਫਿਰ ਭਾਈ ਸਾਹਿਬ ਹੋਰਾਂ ਨੇ ਅਖੀਰ ਵਿੱਚ ਜੋ ਕੁਝ ਆਖਿਆ ਆਪਾਂ ਸਾਰੇ ਰਸਨਾ ਪਵਿੱਤਰ ਕਰੀਏ। ਇੰਨੀ ਸੇਵਾ ਪ੍ਰਵਾਨ ਕਰਿਓ ਜੇ ਸਵੇਰ ਦੀ ਹਾਜ਼ਰੀ ਭਰ ਕੇ ਤੁਹਾਡੇ ਪਾਸੋਂ ਖਿਮਾ ਲੈਣੀ ਹੋਵੇਗੀ। ਸਾਰੇ ਰਸਨਾ ਪਵਿੱਤਰ ਕਰਿਓ ਜੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ ਕੀਤੋ ਸੋ अपना पंथ निराला अपना पंथ निराला की तो सो अपना पंथ निराला। सारे तगड़े होके आखो, तगड़े होके आखो। शब्द जिती सिद्ध मंडली शब्द जिती सिद्ध मंडली शब्द जिती सिद्ध मंडली शब्द जीती सिद्ध मंडली। कीतो सो अपना पंथ निराला अपना पंथ निराला अपना पंथ निराला की तुस अपना पंथ निराला। बस मैं समाप्ति करदा होया तुहानू एक बार ये वाक फिर चेता करवा दियां। योग शब्द के सन्मुख हार गया। शब्द जिसने निराला पंथ जिहड़ा सी उजागर कर दिता सारे ब्रह्मंड दे विच खंडां ब्रह्मंडां विच। और यह चेता रखना शब्द श्रोमणी है, शब्द सब तो उच्चा है, श्रेष्ठ है। कोई सिख भी किसी भी समय भटक के किसी प्रकार के योगा के पिछे ना तुर पवे। इन्नी सेवा प्रवान करियो जे। भुल्लां दी खिमा गज के फतेह बुलाइए। वाहिगुरु जी का खालसा वाहिगुरु। हे अच्युत हे पार ब्रह्म अविनाशी अगुनास हे पूरण हे सर्व मैं दुख भंजन गुणतास हे संगी हे निरंकार हे निर्गुण सब टेत हे गोबिंद हे गुण निधान जाके सदा बबेत हे अपरंपर हर हरे है पियोन हार हे संतां कै सदा संग निरतारा आधार हे ठाकुर हूँ दास रो मैं निर्गुण गुण नहीं कोई नानक दीजै नाम दान राखो है परोए आए प्रभु शरणागति कृपा निध दयाल एक अखर हर मन बस्त नानक होत नियाल एक अखर हर मन बस्त नानक होत नियाल। वाहिगुरु जी का खालसा वाहिगुरु जी की फतेह।